प्यारे दर्शकों, आप सब नूं जी आया। मैं नवदीप सिंह मेरा हफ्तावारी साडा प्रोग्राम लैके हाज़र होए हैं। साडा प्रोग्राम पते दी गल। अज मेरे नाल साथी भगवंत जी जिहड़े हैगे मेरा साथ देणगे। भगवंत जी तुसीं भी दर्शकां नाल। हाँ जी, मेरे वालों सारे कांची दिखण वाले मेरे वीरे भैणां नूं जय गुरुदेव, जय भीम, जय इंसान। अज मेरा ख्याल जिहड़ी हैगी भगवंत होणां दी कोई इंट्रोडक्शन देण दी लोड़ नहीं हैगी। तुसीं इन्हां नूं भली भांत जाणदे हैगे आ। अज मेरा साथ देण लई इह मेरे नाल हाज़र होए आ। सो उम्मीद है कि तुसीं साडी दोवां भरावां दी जिहड़ी हैगी हाज़री प्रवान करोगे। अज जिस विषय बारे असीं गल करना चाहुंदे आ वो विशा ट्रेडिंग स्टैंडर्ड्स बारे है ते वपार जिहड़ा हैगा उहदे विच किहड़ियां बंदिशां हुंदियां हैगियां, किन्हां गल्लां दा सानूं ध्यान रखना चाहीदा हैगा, उहदे बारे असीं गल करांगे। खास कर ਜਦੋਂ ਅਸੀਂ ਕੋਈ ਚੀਜ਼ਾਂ ਜਿਹੜੀਆਂ ਹੈਗੀਆਂ ਰੂਟੀਨ ਦੇ ਵਿੱਚ ਅਕਸਰ ਹਰ ਹਫ਼ਤੇ, ਹਰ ਮਹੀਨੇ, ਹਰ ਦਿਨ ਜਿਹੜੀਆਂ ਹੈਗੀਆਂ ਖਰੀਦਦੇ ਹਾਂ, ਉਹਨਾਂ ਦੇ ਵੱਲ ਸਾਡਾ ਬਹੁਤਾ ਧਿਆਨ ਨਹੀਂ ਜਾਂਦਾ ਕਿ ਅਸੀਂ ਉਹਨਾਂ ਬਾਰੇ, ਉਹਨਾਂ 'ਤੇ ਜਿਹੜਾ ਲੱਗਾ ਲੇਬਲ ਹੈਗਾ ਉਹਦੇ ਬਾਰੇ ਪੜ੍ਹੀਏ। ਮੈਂ ਇੱਕ ਨਿੱਜੀ ਤੌਰ 'ਤੇ ਤੁਹਾਡੇ ਨਾਲ ਆਪਣੀ ਜਿਹੜੀ ਹੈਗੀ ਆ ਉਹ ਉਦਾਹਰਣ ਸਾਂਝੀ ਕਰਦਾ। ਮੈਂ ਇੱਕ ਔਲੇ ਦਾ ਤੇਲ ਜਿਹੜਾ ਸੀਗਾ ਉਹ ਖਰੀਦਦਾ, ਉਹ ਕਈਆਂ ਸਾਲਾਂ ਤੋਂ ਉਹ ਖਰੀਦ ਰਿਹਾ, ਪਰ ਮੈਂ ਕਦੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹਦੇ ਪਿਛਲੇ ਪਾਸੇ ਬੋਤਲ 'ਤੇ ਇਹ ਲੇਬਲ ਪੜ੍ਹਿਆ ਜਾਵੇ ਕਿ ਉਸ ਔਲੇ ਦੇ ਤੇਲ ਦੇ ਵਿੱਚ ਕੀ ਹੈ, ਕਿਉਂਕਿ ਬਾਹਰਲੇ ਪਾਸੇ ਫਰੰਟ 'ਤੇ ਮੋਟਾ ਕਰਕੇ ਲਿਖਿਆ ਕਿ ਔਲੇ ਦਾ ਤੇਲ ਹੈ, ਔਰ ਪਿਛਲੇ ਪਾਸੇ ਇੱਕ ਦਿਨ ਬੈਠਿਆਂ ਜਿਹੜਾ ਉਹਦੇ 'ਤੇ ਧਿਆਨ ਪਿਆ ਬੋਤਲ 'ਤੇ, ਅਤੇ ਉਹਦੇ 'ਤੇ ਲਿਖਿਆ ਸੀਗਾ ਕਿ ਇਹਦੇ ਵਿੱਚ ਜਿਹੜੀ ਹੈਗੀ ਆ 58% ਆ ਉਹ ਵੈਜੀਟੇਬਲ ਓਇਲ ਆ, ਔਰ 40% ਜਿਹੜਾ ਇਹਦੇ ਵਿੱਚ ਹੈਗਾ ਉਹ ਮਿਨਰਲ ਓਇਲ ਹੈਗਾ। ਜਿਹੜਾ ਮਿਨਰਲ ਓਇਲ ਹੁੰਦਾ ਉਹ ਜਿਹੜਾ ਕੈਮੀਕਲ ਪੈਟਰੋਲੀਅਮ ਦੀ ਪ੍ਰੋਡਕਟ ਹੁੰਦੀ ਆ। ਸੋ ਕਿੱਥੇ ਉਹ ਜਿਹੜਾ ਹੈਗਾ ਔਲੇ ਦਾ ਤੇਲ ਕਹਿ ਕੇ ਮੈਂ ਜਾਂ ਸਮਝ ਕੇ ਉਹਨੂੰ ਖਰੀਦਦਾ ਰਿਹਾ, ਜਾਂ ਔਲੇ ਦਾ ਉਹਨੂੰ ਕਹਿ ਕੇ ਵੇਚਿਆ ਜਾ ਰਿਹਾ, ਔਰ ਕਿੱਥੇ ਉਹ 58% ਜਿਹੜਾ ਹੈਗਾ ਉਹ ਸਬਜ਼ੀਆਂ ਦਾ ਤੇਲ ਜਿਹੜਾ ਹੈਗਾ ਜਿਵੇਂ ਉਹਦੇ 'ਤੇ ਲੇਬਲ ਹੈ ਉਹ ਹੈ, ਔਰ 40% ਜਿਹੜਾ ਮਿਨਰਲ ਓਇਲ ਹੈਗਾ, ਔਰ 2% ਜਿਹੜੀਆਂ ਚੀਜ਼ਾਂ ਬਚਦੀਆਂ ਉਹ ਵੀ ਸਿਰਫ ਸੁਗੰਧ ਬਣਾਉਣ ਦੇ ਲਈ ਉਹ ਤੇਲ ਜਿਹੜਾ ਹੈਗਾ ਸ਼ਾਇਦ ਔਲੇ ਵਰਗਾ ਲੱਗੇ ਜਾਂ ਉਹਦੀ ਸਮੈਲ ਔਲੇ ਵਰਗੀ ਆਵੇ ਅਤੇ ਉਹਨੂੰ ਬਣਾ ਕੇ ਉਹ ਵੇਚਿਆ ਜਾਂਦਾ। ਅਤੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ, ਔਰ ਇਹ ਗੱਲ ਸਾਡੇ ਧਿਆਨ ਮੰਗਦੀ ਆ ਕਿ ਅਸੀਂ ਕਿੰਨੀਆਂ ਚੀਜ਼ਾਂ ਇੱਦਾਂ ਦੀਆਂ ਖਰੀਦਦੇ ਹਾਂ ਜਿਨ੍ਹਾਂ ਦਾ ਅਸੀਂ ਕਦੇ ਬਹੁਤਾ ਵੇਰਵਾ ਨਹੀਂ ਦੇਖਿਆ। ਔਰ ਦੂਸਰੀ ਗੱਲ ਜਿਹੜੀ ਸਾਡੇ ਧਿਆਨ ਗੋਚਰ ਹੈ ਕਰਨੀ ਚਾਹੀਦੀ ਆ ਜਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਜਿਹੜੇ ਇੱਦਾਂ ਦੀਆਂ ਸੇਵਾਵਾਂ ਵੇਚਣ ਵਾਲੇ ਜਾਂ ਚੀਜ਼ਾਂ ਵੇਚਣ ਵਾਲੇ ਹੈਗੇ ਆ ਕਿ ਉਹ ਸਾਨੂੰ ਸਹੀ ਔਰ ਢੁਕਵੀਂ ਇਨਫੋਰਮੇਸ਼ਨ ਦੇ ਰਹੇ ਆ। ਜਿਹੜੀ ਚੀਜ਼ ਉਹ ਕਹਿ ਕੇ ਵੇਚ ਰਹੇ ਆ ਕਿ ਉਹ ਸਾਨੂੰ ਚੀਜ਼ ਮਿਲ ਰਹੀ ਆ। ਅੱਜ ਅਸੀਂ ਇਹਦੇ ਬਾਰੇ ਹੀ ਜਿਹੜਾ ਹੈਗਾ ਉਹ ਥੋੜ੍ਹਾ ਬਹੁਤੀ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੁਛ ਗੱਲਾਂ ਅਸੀਂ ਤੁਹਾਡੇ ਧਿਆਨ ਦੇ ਵਿੱਚ ਲਿਆਉਣ ਦੀ ਗੱਲ ਕਰਾਂਗੇ, ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਭਗਵੰਤ ਜੀ, ਕਦੇ ਤੁਹਾਡੇ ਨਾਲ ਵੀ ਇੱਦਾਂ ਦਾ ਹੋਇਆ ਵੀ ਤੁਸੀਂ ਬਿਲਕੁਲ ਬੜੇ ਪੈਸੇ ਦਿੱਤੇ ਹੋਣ ਅਤੇ ਮਗਰੋਂ ਨਹੀਂ 25-27 ਸਾਲੀ 10 ਸਾਲੀ ਪਤਾ ਲੱਗਾ ਹੋਵੇ ਵੀ ਇਹ ਤਾਂ ਕਹਾਣੀ ਜਿਹੜੀ ਸੀਗੀ ਉਹ ਹੋਰ ਨਿਕਲੀ ਹੈਗੀ ਆ? ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸਲ ਵਿੱਚ ਕੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਗਾ ਜਿਹੜਾ ਇੱਥੇ ਦਾ ਟ੍ਰੇਡਿੰਗ ਸਟੈਂਡਰਡ ਦਾ ਕੰਮ ਕਰਦਾ ਅਤੇ ਉਹ ਕਾਫੀ ਕਾਮਯਾਬ ਹੈ, ਕਾਫੀ ਲੋਕਾਂ ਨੂੰ ਫੜਦਾ ਵੀ ਆ ਜੀ। ਅਤੇ ਮੇਰੇ ਖਿਆਲ ਵੀ ਟ੍ਰੇਡਿੰਗ ਸਟੈਂਡਰਡ ਮੈਂ ਇਹੀ ਗੱਲ ਕਰਨੀ ਚਾਹੁੰਦਾ ਕਿ ਆਪਣੇ ਇੰਡੀਆ 'ਚ ਵੀ ਟ੍ਰੇਡਿੰਗ ਸਟੈਂਡਰਡ ਹੈਗਾ ਆਪਣੇ ਨਵਦੀਪ ਜੀ। ਜੀ ਬਿਲਕੁਲ। ਅਤੇ ਜਿਹੜਾ ਇਹ ਫੜਦਾ ਕਿ ਜਦੋਂ ਤੁਸੀਂ ਲੈਣ ਜਾਂਦੇ ਹੋ ਬੇਸਣ, ਦੇ ਉਹਦੇ ਵਿੱਚੋਂ ਅੱਧਾ ਮੱਕੀ ਦਾ ਆਟਾ ਨਿਕਲਦਾ। ਹਾਂਜੀ। ਅਤੇ ਜਾਂ ਸਾਡੇ ਉਹ ਕਹਿ ਲਓ ਵੀ ਤੁਸੀਂ ਕੋਈ ਵੀ ਚੀਜ਼ ਲੈਣ ਜਾਂਦੇ ਹੋ, ਮਤਲਬ ਕਿ ਉਹਦੇ ਵਿੱਚ ਦਾਲ ਲੈਣ ਗਏ ਹੋ, ਦਾਲ ਦੇ ਵਿੱਚ 20% ਉਹਨੇ ਕੋਕੜੂ ਪਾਏ ਹੁੰਦੇ ਆ ਉਹਨਾਂ ਨੇ, ਜਾਂ ਈਵਨ ਤੁਸੀਂ ਸ਼ਾਇਦ ਨਾ ਮੰਨਦੇ ਹੋ ਵੀ ਉਹਨਾਂ ਨੇ ਸਟੋਨ ਜਿਹੜੇ ਨਾ ਆਪਣਾ ਪੱਥਰ ਨਿੱਕੇ ਨਿੱਕੇ ਉਹ ਪਾ ਦਿੰਦੇ, ਜਾਣ ਕੇ ਮਿਲਾਉਂਦੇ ਨੇ ਜੀ। ਅਤੇ ਉੱਥੇ ਤਾਂ ਇਹ ਬਹੁਤ ਹੱਦ ਤੱਕ ਚੱਲਦਾ। ਅਤੇ ਪਰ ਇੰਗਲੈਂਡ ਦੇ ਵਿੱਚ ਜਿੱਥੇ ਤੱਕ ਆਪਣਾ ਹੈਗਾ ਵੀ ਇਕੱਲਾ ਜਿੱਦਾਂ ਤੁਸੀਂ ਦੱਸਦੇ ਹੋ ਕਿ ਵੀ ਇਹ ਇਕੱਲਾ ਫੂਡ ਤੱਕ ਨਹੀਂ ਸੀਮਿਤ ਹੈਗਾ, ਅਤੇ ਕਾਫੀ ਲਾਰਜ ਹੈ। ਇਹ ਬਿਲਕੁਲ ਮੇਰੇ ਨਾਲ ਵੀ ਇੱਦਾਂ ਹੋਇਆ। ਅੱਜ ਤੋਂ ਕੋਈ 25 ਸਾਲ ਪਹਿਲਾਂ ਅਸੀਂ ਵੀ ਐਪਲ ਦਾ ਜੂਸ ਪੀਂਦੇ ਰਹੇ ਹਾਂ ਅਤੇ ਆਪਣੀ ਬਾਹਾਂ ਦੇਖਦੇ ਰਹੇ ਹਾਂ ਵੀ ਕੋਈ ਫਰਕ ਪਿਆ ਕਿ ਨਹੀਂ ਪਿਆ। ਹਾਂਜੀ। ਅਤੇ ਤੁਹਾਡੇ ਵਰਗੇ ਕਿਸੇ ਸਿਆਣੇ ਦੋਸਤ ਨੇ ਦੱਸਿਆ ਬਈ ਇਹਦੇ 'ਚ ਫਰਕ ਹੁੰਦਾ ਭਗਵੰਤ ਸਿੰਘ ਬਈ ਜਿਹੜਾ ਜਿਹਦੇ ਉੱਤੇ ਡਰਿੰਕ ਲਿਖਿਆ ਨਾ, ਫਰੂਟ ਡਰਿੰਕ, ਹਾਂਜੀ, ਉਹਦੇ 'ਚ ਸਿਰਫ 10%
ਉਹ 'ਚ ਜਿਹੜਾ ਸੇਬ ਹੈ, ਐਪਲ ਆ, ਉਹਦਾ ਜੂਸ ਹੁੰਦਾ ਅਸਲੀ ਪਿਓਰ ਜੂਸ। ਬਾਕੀ ਉਹਦੇ 'ਚ ਜਿੱਦਾਂ ਤੁਸੀਂ ਦੱਸਿਆ ਵੀ ਡਰਿੰਕਸ ਕੋਈ ਹੋਰ ਚੀਜ਼ਾਂ ਮਿਲਾ ਕੇ ਉਹ ਬਣਾ ਦਿੰਦੇ ਨੇ। ਬਿਲਕੁਲ। ਤੇ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਆਮ ਆਦਮੀ ਇਹ ਗੱਲ ਚੈੱਕ ਨਹੀਂ ਕਰਦਾ ਤੇ ਕਾਫੀ ਹਾਂਜੀ ਸਾਡਾ ਜਿਹੜਾ ਭਗਵੰਤ ਜੀ ਸਾਡਾ ਜਿਹੜਾ ਧਿਆਨ ਆ ਅਸੀਂ ਉੱਧਰ ਦਿੰਦੇ ਨਹੀਂ ਹੈਗੇ ਕਿ ਸਾਨੂੰ ਅਸਲ 'ਚ ਉਹ ਧਿਆਨ ਜਿਹੜਾ ਹੈਗਾ ਉਹ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤਾਂ ਕਿ ਕਈ ਵਾਰੀ ਉਹਦੇ 'ਤੇ ਜਿਹੜੀ ਪੈਕੇਜ ਹੁੰਦੀ ਆ ਉਹਦੇ 'ਤੇ ਫੋਟੋਆਂ ਜਾਂ ਜਿਹੜੀਆਂ ਹੋਰ ਇਮੇਜ ਇੱਦਾਂ ਦੇ ਬਣਾਏ ਹੁੰਦੇ ਆ ਕਿ ਉਹ ਇੰਨੇ ਸੋਹਣੇ ਸੀਂ ਉਹਦੇ 'ਤੇ ਬਣਾਏ ਹੁੰਦੇ ਆ ਜਾਂ ਇੰਨੇ ਸੋਹਣੇ ਉਹਦੇ ਸੰਤਰੇ ਬਣਾਏ ਹੁੰਦੇ ਆ ਅਤੇ ਉਹ ਬੰਦੇ ਦਾ ਧਿਆਨ ਇਸ ਪਾਸੇ ਜਾਂਦਾ ਹੀ ਨਹੀਂ ਕਿ ਇਹਦਾ ਅਸੀਂ ਪਿਛਲਾ ਪਾਸਾ ਵੀ ਦੇਖ ਲਈਏ, ਲੇਬਲ ਵੀ ਦੇਖ ਲਈਏ ਵੀ ਇਹ ਇਕੱਲੀ ਫੋਟੋ ਹੀ ਵਧੀਆ ਆ ਕਿ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਉਹ ਵੀ ਉਨੀਆਂ ਹੀ ਵਧੀਆ ਹੈਗੀਆਂ ਜਿੰਨੀਆਂ ਕਿ ਇਹਦੇ 'ਤੇ ਕਲੇਮ ਕੀਤਾ ਜਾਂਦਾ। ਸੋ ਇਹਨਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਧਿਆਨ ਰੱਖਣ ਦੀ ਲੋੜ ਹੈਗੀ ਆ। ਸੋ ਸਾਡਾ ਸਾਰਿਆਂ ਨੂੰ ਪਹਿਲਾਂ ਫਰਜ਼ ਗਾਹਕ ਦੇ ਤੌਰ 'ਤੇ ਸਾਡਾ ਬਣਦਾ ਕਿ ਅਸੀਂ ਜਿਹੜੀ ਵੀ ਚੀਜ਼ ਲੈਣੀ ਆ ਉਹਦੀ ਨਿਰਖ ਪਰਖ ਕਰਕੇ ਲਈਏ, ਕਰਕੇ ਅਸੀਂ ਜਿਹੜਾ ਵਪਾਰੀ ਆ, ਜਿਹੜਾ ਵੇਚਣ ਵਾਲਾ ਆ, ਬਿਜ਼ਨਸਮੈਨ ਆ ਜਾਂ ਬਿਜ਼ਨਸ ਵੂਮਨ ਹੈਗੀ ਆ, ਜਿਹੜਾ ਵੀ ਉਹ ਵਪਾਰ ਕਰਦਾ, ਅਸੀਂ ਉਹਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਈਏ ਕਿ ਅਸੀਂ ਵੀ ਖੁਦ ਇਹਦੇ ਵੱਲ ਧਿਆਨ ਦਈਏ ਕਿ ਜਿਸ ਚੀਜ਼ ਦੇ ਅਸੀਂ ਪੈਸੇ ਦੇ ਰਹੇ ਹਾਂ ਕਿ ਸਾਨੂੰ ਉਹ ਚੀਜ਼ ਜਿਹੜੀ ਹੈਗੀ ਆ ਉਹ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ। ਸੋ ਇਹਦੇ ਲਈ ਜਿਹੜਾ ਟ੍ਰੇਡਿੰਗ ਸਟੈਂਡਰਡ ਜਿਹਦਾ ਤੁਸੀਂ ਭਗਵੰਤ ਜੀ ਮੈਂਸ਼ਨ ਕੀਤਾ ਹੈਗਾ, ਮੇਰਾ ਖਿਆਲ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਹੋਣਗੇ ਉਹਨਾਂ ਨੇ ਵੀ ਟ੍ਰੇਡਿੰਗ ਸਟੈਂਡਰਡ ਬਾਰੇ ਸੁਣਿਆ ਵੀ ਹੋਊਗਾ ਔਰ ਕਈ ਵਾਰੀ ਹੈਰਾਨੀ ਵੀ ਹੁੰਦੀ ਆ ਜਦੋਂ ਸਾਡੇ ਭੈਣਾਂ ਭਰਾਵਾਂ ਨਾਲ ਕਿਸੇ ਵੇਲੇ ਗੱਲ ਹੁੰਦੀ ਆ ਅਤੇ ਉਹ ਜਦੋਂ ਕੋਈ ਇੱਦਾਂ ਦੀ ਸ਼ਿਕਾਇਤ ਕਰਦੇ ਆ ਅਤੇ ਅਸੀਂ ਜਦੋਂ ਉਹਨਾਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਟ੍ਰੇਡਿੰਗ ਸਟੈਂਡਰਡ ਵਾਲਿਆਂ ਨਾਲ ਰਾਬਤਾ ਕਰੋ ਅਤੇ ਉਹ ਫਿਰ ਮੂਹਰੇ ਉਹਨਾਂ ਦਾ ਜਵਾਬ ਹੁੰਦਾ ਕਿ ਟ੍ਰੇਡਿੰਗ ਸਟੈਂਡਰਡ ਵਾਲੇ ਕੌਣ ਆ, ਕਿੱਥੇ ਆ, ਇਹਨਾਂ ਨੂੰ ਇਹ ਕਿਹੜਾ ਮਹਿਕਮਾ ਆ। ਸੋ ਸਾਡਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਇਹ ਗੱਲ ਕਹੀਏ ਕਿ ਸਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਜਾਂ ਤੁਹਾਨੂੰ ਘੱਟ ਪਤਾ, ਪਰ ਸਾਡਾ ਇਹ ਹੁੰਦਾ ਕਿ ਕੁਝ ਸਾਡੇ ਭੈਣ ਭਰਾ ਇੱਦਾਂ ਦੇ ਵੀ ਹੁੰਦੇ ਜਿਨ੍ਹਾਂ ਨੂੰ ਸ਼ਾਇਦ ਉਹ ਜਾਣਕਾਰੀ ਨਾ ਹੋਵੇ। ਸੋ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਤਲਬ ਵੀ ਇਹੀ ਹੁੰਦਾ ਕਿ ਅਸੀਂ ਉਹ ਜਿਹੜੀ ਜਾਣਕਾਰੀ ਹੈਗੀ ਆ ਆਮ ਆਦਮੀ ਨੂੰ ਉਹਨਾਂ ਦੇ ਨਾਲ ਸਾਂਝੀ ਕਰ ਸਕੀਏ, ਰਿਮਾਈਂਡ ਹੋ ਜਾਂਦੀ ਘੱਟੋ ਘੱਟ। ਹਾਂਜੀ ਬਿਲਕੁਲ। ਅੱਛਾ ਇਹ ਆਪਣੇ ਨਵਦੀਪ ਜੀ ਵੀ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਇੱਕ ਮੈਨੂਫੈਕਚਰਰ ਜਾਂ ਪ੍ਰੋਡਿਊਸਰ ਹੈ ਜਿਹੜਾ ਜੀ, ਉਹਨੇ ਚੀਜ਼ ਬਣਾ ਦਿੱਤੀ ਆ, ਹਾਂਜੀ, ਉਹਨੇ ਟ੍ਰੇਡਿੰਗ ਸਟੈਂਡਰਡ ਦੇ ਹਿਸਾਬ ਨਾਲ ਤਾਂ ਮਤਲਬ ਇਹ ਕਹਿਤਾ ਵੀ ਮੈਂ ਉਹਨੇ ਆਪਣੇ ਵੱਲੋਂ ਚੀਜ਼ਾਂ ਜਿਹੜੀਆਂ ਉਹਨੇ ਵਿੱਚ ਪਾਈਆਂ ਜੀ ਉਹ ਐਗਜ਼ੈਕਟਲੀ ਉੱਦਾਂ ਲਿਖ ਦਿੰਦਾ ਜੀ, ਉਹਦੇ 'ਚ ਕੋਈ ਹੇਰਾਫੇਰੀ ਨਹੀਂ ਵੀ ਕਰਦਾ ਜੀ। ਕੋਈ ਇਹਦੇ ਵਿੱਚ ਜਿਹੜੀ ਗਲਤੀ ਹੁੰਦੀ ਆ ਉਹ ਸਾਡੇ ਵੱਲੋਂ ਹੁੰਦੀ ਆ, ਹਾਂਜੀ, ਅਤੇ ਜਾਂ ਇਹ ਕਹਿ ਲਓ ਕਿ ਅਗਲੇ ਨੇ ਸਾਨੂੰ ਥੋੜ੍ਹਾ ਜਿਹਾ ਭੁਲੇਖੇ 'ਚ ਪਾ ਲਿਆ, ਉਹਨਾਂ ਨੂੰ ਪਤਾ ਹੁੰਦਾ ਆਪਣੇ ਅੰਗਰੇਜ਼ੀ ਦੇ ਵਿੱਚ ਤਾਂ ਕਹਿੰਦੇ ਵੀ ਸਮੋਲ ਵਰਡਸ ਜਿਹੜੇ ਕਹਿੰਦੇ ਵੀ ਉਹ ਸੌ ਵਰਡਸ ਦੇ ਵਿੱਚ ਕੀ ਲਿਖਿਆ ਉਹਨਾਂ ਨੇ ਉਹ ਪੜ੍ਹਨਾ ਸਾਡਾ ਬਹੁਤ ਜ਼ਰੂਰੀ ਹੈ। ਕੋਈ ਵੀ ਚੀਜ਼ ਤੁਸੀਂ ਪੜ੍ਹਦੇ ਹੋ, ਕੋਈ ਵੀ ਚੀਜ਼ ਖਰੀਦਦੇ ਹੋ ਅਤੇ ਉਹਦੇ ਵਿੱਚ ਜ਼ਰੂਰੀ ਬਣ ਜਾਂਦਾ ਕਿ ਤੁਸੀਂ ਉਹਨੂੰ ਚੀਜ਼ਾਂ ਨੂੰ ਜ਼ਰੂਰ ਪੜ੍ਹੋ ਪਹਿਲਾਂ ਅਤੇ ਫਿਰ ਉਸ ਦਾ ਹੁੰਦਾ, ਕਿਉਂਕਿ ਕਈ ਗੱਲਾਂ ਦੇ ਵਿੱਚ ਗਰੰਟੀ ਹੁੰਦੀ ਆ ਜਾਂ ਉਹਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਮਿਕਸਚਰ ਕੀ ਉਹਦੇ ਜੀ ਇੰਗਰੀਡੀਅੰਟਸ ਕੀ ਹੈਗੇ ਆ ਉਹ ਜ਼ਰੂਰ ਚੈੱਕ ਕਰਨੇ ਚਾਹੀਦੇ ਨੇ ਸਾਨੂੰ, ਕਿਉਂਕਿ ਉਹ ਜਿੱਥੇ ਇੱਥੇ ਦਾ ਟ੍ਰੇਡਿੰਗ ਸਟੈਂਡਰਡ ਆ ਜੀ ਕਾਫੀ ਇਮਾਨਦਾਰੀ ਨਾਲ ਕੰਮ ਕਰਦਾ ਆ ਜੀ, ਅਤੇ ਉਸ ਦੇ ਬਾਵਜੂਦ ਵੀ ਜਿਹੜੇ ਲੋਕ ਆਪਣਾ ਜਿਵੇਂ ਕਿ ਮਨੀ ਮੇਕਰਸ ਨੇ ਉਹ ਪੈਸੇ ਦੇ ਲਾਲਚ ਦੇ ਵਿੱਚ ਤੁਹਾਨੂੰ ਭੁਲੇਖੇ ਪਾਉਂਦੇ ਨੇ। ਬਿਲਕੁਲ ਇਕੱਲੇ ਉਹੀ ਨਹੀਂ, ਬਹੁਤ ਸਾਰੀਆਂ ਕਈ ਵਾਰੀਆਂ ਅੱਜ ਕੱਲ੍ਹ ਮਾਰਕੀਟਿੰਗ ਦਾ ਯੁੱਗ ਹੈਗਾ ਆ, ਮਸ਼ਹੂਰੀਆਂ ਦਾ ਯੁੱਗ ਹੈਗਾ, ਬਹੁਤ ਸਾਰੇ ਜਿਹੜਾ ਸਮਾਨ ਸਾਨੂੰ ਵੇਚਿਆ ਜਾਂਦਾ ਉਹ ਮਸ਼ਹੂਰੀਆਂ ਦੇ ਕਰਕੇ ਹੀ ਵੇਚਿਆ ਜਾਂਦਾ, ਉਹਦੇ ਵਿੱਚ ਜਿਹੜਾ ਸਾਡਾ ਅਸਲੀ ਧਿਆਨ ਆ ਉਹ ਉਹਦੇ ਤੋਂ ਭਟਕਾ ਲਿਆ ਜਾਂਦਾ। ਸੋ ਤੁਸੀਂ ਇਹ ਗੱਲ ਬਹੁਤ ਦਰੁਸਤ ਕਹੀ ਆ ਕਿ ਜਿਹੜਾ ਸਾਡਾ ਸਾਰਿਆਂ ਨੂੰ ਪਹਿਲਾ ਫਰਜ਼ ਬਣਦਾ ਕਿ ਅਸੀਂ ਕਰੀਏ। ਜੇ ਅਸੀਂ ਟ੍ਰੇਡਿੰਗ ਸਟੈਂਡਰਡ ਕੋਲ ਚੱਲ ਜਾਈਏ ਜੀ ਅਸੀਂ ਤਾਂ ਜੂਸ ਲਿਆ ਸੀ, ਪਰ ਅਗਲੇ ਜੇ ਸਾਨੂੰ ਸਵਾਲ ਕਰਨ ਕਿ ਤੁਸੀਂ ਇਹਦੇ ਪਿੱਛੇ ਲਿਖਿਆ ਪੜ੍ਹਿਆ ਆ ਕਿ ਇਹਦੇ ਵਿੱਚ ਕੀ ਹੈਗਾ, ਕਰਕੇ ਜਿਹੜਾ ਵਿਕਰੇਤਾ ਹੈਗਾ, ਮੈਨੂਫੈਕਚਰਰ ਹੈਗਾ, ਉਹਨੇ ਆਪਣਾ ਫਰਜ਼ ਜਿਹੜਾ ਹੈਗਾ ਉਹ ਪੂਰਾ ਕਰ ਦਿੱਤਾ। ਉਹਨੇ ਉਹਦੇ 'ਤੇ ਪੂਰੀ ਡੀਟੇਲ ਲਿਖ ਦਿੱਤੀ ਕਿ ਇਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਅਸੀਂ ਮਿਕਸ ਕਰਕੇ ਇਹ ਜਿਹੜਾ ਜੂਸ ਆ ਜਾਂ ਡਰਿੰਕ ਆ ਜਾਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਜਾਂ ਤੇਲ ਆ ਜਾਂ ਕੁਛ ਵੀ ਖਾਣ ਵਾਲੀ ਚੀਜ਼ ਹੈਗੀ ਆ ਉਹ ਬਣਾਈ ਹੈਗੀ ਆ। ਸੋ ਉਹਦੇ ਵਿੱਚ ਫਿਰ ਟ੍ਰੇਡਿੰਗ ਸਟੈਂਡਰਡ ਵਾਲੇ ਕੋਈ ਬਹੁਤਾ ਕੁਛ ਨਹੀਂ ਕਰ ਸਕਦੇ। ਸੋ ਅਗਰ ਤੁਸੀਂ ਪੂਰਾ ਜੂਸ ਜਿਹੜਾ 100% ਪਿਓਰ ਲੈਣਾ ਹੈਗਾ ਤਾਂ ਤੁਸੀਂ ਉਹ ਡੱਬਾ ਲਓ ਜਿਹਦੇ 'ਤੇ 100% ਲਿਖਿਆ ਹੈ। ਬਿਲਕੁਲ ਹਾਂ, ਉਹਨਾਂ ਨੇ ਲਿਖਿਆ ਕਲੀਅਰ ਲਿਖਿਆ ਹੁੰਦਾ ਜਿਹੜੀ ਚੀਜ਼ ਹੈਗੀ, ਜਿਵੇਂ ਜੂਸ ਦੇ ਪਿੱਛੇ ਖਾਸ ਕਰਕੇ ਆਪਾਂ ਕਰ ਸਕਦੇ ਹਾਂ ਜੀ ਵੀ ਉਹਨਾਂ ਨੇ ਲਿਖਿਆ ਹੁੰਦਾ, ਅਤੇ ਜਾਂ ਜਿਹੜਾ ਦੁੱਧ ਹੈ ਇਹਦੇ 'ਚ ਕਿੰਨੀ ਫੈਟ ਹੈਗੀ ਆ ਜੀ ਕਿੰਨੇ ਉਹ ਬਿਲਕੁਲ ਉਹਨਾਂ ਨੇ ਲਿਖਿਆ ਹੁੰਦਾ ਉਹਨਾਂ ਨੇ, ਅਤੇ ਪ੍ਰੂਵ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ। ਹਾਂਜੀ, ਅਤੇ ਆਪਣੇ ਨਵਦੀਪ ਜੀ ਇਹ ਮੇਰੇ ਖਿਆਲ ਹੈ ਵੀ ਜਿੱਦਾਂ ਕਿ ਮੈਂ ਇੱਥੇ ਇੰਗਲੈਂਡ ਦੇ ਵਿੱਚ ਜਿਹੜਾ ਲਾਈਫ ਐਕਸਪੀਰੀਅੰਸ ਹੈਗਾ ਜੀ ਉਹਦੇ ਵਿੱਚ ਇਹ ਦੇਖਿਆ ਵੀ ਜਿਹੜਾ
ਇਹ ਟ੍ਰੇਡਿੰਗ ਸਟੈਂਡਰਡ ਹੈਗਾ। ਹਾਂਜੀ, ਜ਼ਿੰਦਗੀ ਦੀ ਇਹ ਤਾਂ ਚਲੋ ਆਪਣਾ ਇਹ ਤਾਂ ਖਾद्य ਪਦਾਰਥ ਹੋ ਗਏ, ਫੂਡ 'ਚ ਆ ਗਿਆ ਆ ਜੀ। ਉਸ ਤੋਂ ਬਗੈਰ ਵੀ ਮੇਰਾ ਖਿਆਲ ਆ ਵੀ ਇਹ ਬਹੁਤ ਵੱਡਾ ਇਹਨਾਂ ਦਾ ਦਾਇਰਾ ਹੈਗਾ ਆ, ਜਿਹਦੇ ਵਿੱਚ ਇਹ ਹੋਰ ਵੀ ਬਹੁਤ ਕੁਝ ਕਵਰ ਕਰਦੇ ਨੇ। ਬਿਲਕੁਲ। ਤੇ ਮੇਰੇ ਖਿਆਲ ਤੁਹਾਡਾ ਮੇਰੇ ਨਾਲੋਂ ਜ਼ਿਆਦਾ ਗਿਆਨ ਹੋਊਗਾ ਇਹਦੇ ਵਿੱਚ। ਨਹੀਂ, ਗਿਆਨ ਤਾਂ ਆਪਣਾ ਸਾਰਿਆਂ ਦਾ ਇੱਕੋ ਜਿਹਾ ਹੀ ਆ। ਆਪਾਂ ਥੋੜਾ ਬਹੁਤਾ ਇੱਕ ਪਾਸੇ ਵੱਲ ਜ਼ਿਆਦਾ ਥੋੜਾ ਧਿਆਨ ਦੇ ਲੈਂਦੇ ਆ ਤਾਂ ਸਾਨੂੰ ਉੱਧਰਲਾ ਥੋੜਾ ਜਿਹਾ ਸਾਨੂੰ ਪਤਾ ਲੱਗ ਜਾਂਦਾ। ਇਹ ਤੁਸੀਂ ਬੜਾ ਢੁਕਵਾਂ ਜਿਹੜਾ ਸਵਾਲ ਹੈਗਾ ਉਹ ਨੁਕਤਾ ਉਠਾਇਆ ਭਗਵੰਤ ਜੀ, ਕਿ ਇਹ ਇਕੱਲਾ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਹੀ ਸੰਬੰਧਿਤ ਨਹੀਂ ਹੈਗਾ। ਬਿਲਕੁਲ। ਅਗਰ ਤੁਸੀਂ ਮੌਰਗੇਜ ਵੀ ਲੈਣੀ ਆ ਤਾਂ ਉਹਦੇ ਤੇ ਵੀ ਜਿਹੜਾ ਕੰਜ਼ਿਊਮਰ ਐਕਟ ਹੈਗਾ ਆ, ਕੰਜ਼ਿਊਮਰ ਪ੍ਰੋਟੈਕਸ਼ਨ ਰੈਗੂਲੇਸ਼ਨਸ ਜਿਹੜੀਆਂ ਹੈਗੀਆਂ 2008 ਦੇ ਵਿੱਚ ਗਾਈਡੈਂਸ ਜਿਹੜੀਆਂ ਜਾਰੀ ਹੋਈਆਂ ਸੀ, ਉਹਦੇ ਅਧੀਨ ਕੋਈ ਵੀ ਜਿਹੜੀ ਸੇਵਾਵਾਂ ਹੈਗੀਆਂ, ਹਾਂਜੀ, ਤੁਹਾਡਾ ਡਾਕਟਰ ਤੁਹਾਨੂੰ ਸੇਵਾਵਾਂ ਦਿੰਦਾ, ਜਿਹੜਾ ਪ੍ਰਾਈਵੇਟ ਡਾਕਟਰ ਹੈਗੇ ਖਾਸ ਕਰਕੇ, ਮੰਨ ਲਓ ਜੇ ਕੋਈ ਹੈਲਥ ਦੀਆਂ ਜਿਹੜੀਆਂ ਤੁਹਾਨੂੰ ਦਵਾਈਆਂ ਦਿੰਦਾ ਹੈਗਾ, ਅਲਟਰਨੇਟਿਵ ਮੈਡੀਸਿਨਸ ਜਿਹੜੀਆਂ ਹੈਗੀਆਂ, ਈਵਨ ਜਿਹੜੇ ਜੋਤਸ਼ੀ ਜਿਹੜੇ ਤੁਹਾਡੇ ਹੱਥ ਦੇਖਦੇ ਹੈਗੇ ਆ, ਉਹ ਵੀ ਹੁਣ ਇਹਦੀ ਇਸ ਦੇ ਕੈਟਾਗਰੀ 'ਚ ਆਉਂਦੇ ਨੇ, ਕੈਟਾਗਰੀ ਦੇ ਵਿੱਚ ਆਉਂਦੇ ਨੇ। ਅਸੀਂ ਉਹਨਾਂ ਦੇ ਬਾਰੇ ਜਾ ਕੇ ਥੋੜ੍ਹੀ ਜਿਹੀ ਅੱਗੇ ਗੱਲ ਕਰਾਂਗੇ। ਸੋ ਇਹਦੇ ਵਿੱਚ ਇਕੱਲਾ ਖਾਣ ਪੀਣ ਦਾ ਨਹੀਂ ਹੈਗਾ, ਇਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਅਸੀਂ ਵਰਤਦੇ ਹਾਂ, ਕੱਪੜੇ ਪਾਉਂਦੇ ਹਾਂ, ਟੈਲੀਵਿਜ਼ਨ ਲੈਂਦੇ ਹਾਂ, ਫਰਿੱਜਾਂ ਲੈਂਦੇ ਹਾਂ, ਕਾਰਾਂ ਲੈਂਦੇ ਹਾਂ, ਕਿਸੇ ਬਿਲਡਰ ਨਾਲ ਕੰਟਰੈਕਟ ਕਰਦੇ ਹਾਂ। ਸੋ ਇਹ ਸਾਰਾ ਹੀ ਜਿਹੜਾ ਹੈਗਾ, ਜਿੱਥੇ ਵੀ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਪੈਸੇ ਦੇ ਕੇ ਚੀਜ਼ ਖਰੀਦਦਾ ਜਾਂ ਸੇਵਾਵਾਂ ਖਰੀਦਦਾ, ਉਹਦੇ ਤੇ ਇਹ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਰੈਗੂਲੇਸ਼ਨਸ ਜਿਹੜੀਆਂ 2008 ਦੀਆਂ ਹੈਗੀਆਂ, ਔਰ ਇਹਦੇ ਤੋਂ ਇਲਾਵਾ ਬਹੁਤ ਸਾਰੇ ਕੰਜ਼ਿਊਮਰ ਪ੍ਰੋਟੈਕਸ਼ਨ ਜਿਹੜੇ ਐਕਟਸ ਹੈਗੇ ਆ, ਉਹ ਸਾਰੇ ਹੀ ਇਹਦੇ ਘੇਰੇ ਦੇ ਵਿੱਚ ਜਿਹੜੇ ਹੈਗੇ ਉਹ ਆਉਂਦੇ ਹੈਗੇ ਆ। ਬਿਲਕੁਲ। ਅੱਛਾ ਜੀ। ਸੋ ਅੱਗੇ ਸ਼ਾਇਦ ਤੁਹਾਨੂੰ ਪਤਾ ਹੋਊਗਾ ਕਿ ਸਾਡਾ ਬਾਹਰ ਜਿਹੜਾ ਕੁਛ ਜਿਹੜੇ ਬੰਦੇ ਆ ਪੁੱਛਾਂ ਪੱਛਾਂ ਦੇਣ ਵਾਲੇ ਹੈਗੇ ਆ, ਉਹਨਾਂ ਨਾਲ ਸਾਡਾ ਪੈਂਦਾ ਰਹਿੰਦਾ ਕਰਕੇ ਉਹ ਲੋਕਾਂ ਦੀ ਕਾਫੀ ਲੁੱਟ ਖਸੁੱਟ ਕਰਦੇ ਆ। ਤੇ ਉਹਦੇ ਵਿੱਚ ਅੱਗੇ ਉਹਨਾਂ ਦਾ ਜਿਹੜਾ ਐਕਟ ਸੀਗਾ, ਉਹਨਾਂ ਦੀਆਂ ਸੇਵਾਵਾਂ ਸੀ, ਉਹ ਇਹਦੇ ਅੰਡਰ ਨਹੀਂ ਸੀ ਆਉਂਦੀਆਂ, ਹੁਣ ਉਹ ਇਹਦੇ ਅੰਡਰ ਆਉਂਦੀਆਂ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹਦੀ ਜਿਹੜੀ ਮਾਰ ਆ ਜਾਂ ਇਹਦਾ ਕਲਾਵਾ ਜਿਹੜਾ ਆ ਉਹ ਬਹੁਤ ਖੁੱਲ੍ਹਾ ਆ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ਾਮਲ ਹੁੰਦੀਆਂ। ਅਗਰ ਤੁਹਾਨੂੰ ਕਦੇ ਇਹ ਲੱਗੇ ਕਿ ਤੁਸੀਂ ਜਿਸ ਚੀਜ਼ ਲਈ ਪੈਸੇ ਦਿੱਤੇ ਆ ਉਹ ਚੀਜ਼ ਤੁਹਾਨੂੰ ਨਹੀਂ ਮਿਲੀ, ਜਾਂ ਜਿੱਦਾਂ ਦਾ ਤੁਹਾਨੂੰ ਪ੍ਰੋਮਿਸ ਕੀਤਾ ਗਿਆ ਸੀ ਉਹ ਤੁਹਾਨੂੰ ਨਹੀਂ ਮਿਲਿਆ, ਤੇ ਤੁਹਾਡਾ ਜਿਹੜਾ ਹੱਕ ਹੈਗਾ ਕਿ ਤੁਸੀਂ ਟ੍ਰੇਡਿੰਗ ਸਟੈਂਡਰਡ ਨੂੰ ਉਹਦੇ ਬਾਰੇ ਸ਼ਿਕਾਇਤ ਕਰ ਸਕਦੇ ਆ, ਔਰ ਉਹ ਇਹਦੇ ਵਿੱਚ ਇੰਟਰਵੀਨ ਕਰ ਸਕਦੇ ਨੇ। ਹਾਂਜੀ। ਸੋ ਮੇਰਾ ਖਿਆਲ ਹੈ ਵੀ ਜਿਸ ਤਰ੍ਹਾਂ ਜਦੋਂ ਇਹ ਪਹਿਲਾਂ ਨਹੀਂ ਸੀ ਆਉਂਦੇ, ਜਿਵੇਂ ਖਾਸ ਕਰਕੇ ਚਲੋ ਆਪਣੇ ਜੋਤਸ਼ੀ ਕਹਿ ਲਓ ਜਾਂ ਜਿਹੜੇ ਲੋਕ ਤਾਂ ਇੱਥੇ ਕਈ ਕਿਸਮ ਜਿਹੜੇ ਲੋਕਾਂ ਨਾਲ ਹੇਰੇ-ਫੇਰੇ ਕਰਦੇ ਆ ਵਨ ਵੇ ਅਨਦਰ, ਹਾਂਜੀ, ਵੀ ਉਹ ਕਈ ਇਸ ਤੋਂ ਬਚ ਜਾਂਦੇ ਸੀਗੇ। ਬਿਲਕੁਲ। ਤੇ ਉਹਨਾਂ ਦੇ ਵਿੱਚ ਕੀ ਮਤਲਬ ਕਿ ਹੁਣ ਕੀਤਾ ਜਾ ਸਕਦਾ ਕਿ ਬੰਦਾ ਉਹ 'ਚੋਂ ਨਾ ਬਚੇ, ਵੀ ਜਿਸ ਤਰ੍ਹਾਂ ਉਹਨਾਂ ਨੂੰ ਰਸੀਦ ਲੈਣੀ ਚਾਹੀਦੀ ਹੈ ਜਾਂ ਥਰੂ ਦੀ ਬੈਂਕ, ਜਾਂ ਕੀ ਮਤਲਬ ਇਸ ਤਰ੍ਹਾਂ ਦੀ ਕਾਰਵਾਈ? ਹਾਂਜੀ ਭਗਵੰਤ ਜੀ, ਆਪਾਂ ਇਸ ਵਿਸ਼ੇ ਵੱਲ ਜਿਹੜਾ ਇਸ ਆਪਾਂ ਬਾਅਦ ਵਿੱਚ ਆਉਂਦੇ ਹਾਂ। ਹਾਂਜੀ। ਜਿਹੜੀ ਪਹਿਲੀ ਗੱਲ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਇਹ ਆ ਕਿ ਜਿਹੜਾ ਅਨਫੇਅਰ ਟ੍ਰੇਡਿੰਗ ਟਰਮਸ ਹੈਗੀਆਂ, ਉਹਦੇ ਵਿੱਚ ਉਹਨਾਂ ਨੇ 4 ਗੱਲਾਂ ਜਿਹੜੀਆਂ ਹੈਗੀਆਂ ਉਹ ਮੇਨ ਉਭਾਰੀਆਂ ਹੈਗੀਆਂ। ਠੀਕ ਆ। ਕਿ ਅਗਰ ਕੋਈ ਬੰਦਾ ਤੁਹਾਨੂੰ ਗਲਤ ਜਾਣਕਾਰੀ ਦਿੰਦਾ, ਚਾਹੇ ਉਹ ਬਾਈ ਐਕਸ਼ਨ ਦਿੰਦਾ, ਚਾਹੇ ਉਹ ਤੁਹਾਨੂੰ ਮੂੰਹ ਜ਼ਬਾਨੀ ਦਿੰਦਾ, ਅਗਰ ਉਹ ਤੁਹਾਨੂੰ ਜਾਣਕਾਰੀ ਕਿਸੇ ਵੀ ਚੀਜ਼ ਬਾਰੇ, ਚਾਹੇ ਉਹ ਖਾਣੇ ਦੀ ਚੀਜ਼ ਆ, ਚਾਹੇ ਉਹ ਕੱਪੜਾ ਆ, ਚਾਹੇ ਉਹ ਟੈਲੀਵਿਜ਼ਨ ਆ, ਚਾਹੇ ਉਹ ਕੋਈ ਵੀ ਚੀਜ਼ ਹੋਵੇ ਜਿਹਦੇ ਲਈ ਤੁਸੀਂ ਪੇ ਕੀਤਾ, ਅਗਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਗਲਤ ਦਿੱਤੀ ਜਾਂਦੀ ਆ, ਤੇ ਇਹਦਾ ਮਤਲਬ ਇਹ ਆ ਕਿ ਉਹ ਬੰਦਾ ਜਿਹੜਾ ਰੈਗੂਲੇਸ਼ਨਸ ਆ ਉਹਦੇ ਲਈ ਜ਼ਿੰਮੇਵਾਰ ਆ, ਉਹਦੀ ਉਹ ਉਲੰਘਣਾ ਕਰ ਰਿਹਾ। ਇਕੱਲਾ ਇਹੀ ਨਹੀਂ ਕਿ ਉਹ ਗਲਤ ਜਾਣਕਾਰੀ ਦਿੰਦਾ, ਕਈ ਵਾਰੀ ਇਹ ਹੁੰਦਾ ਕਿ ਤੁਹਾਡੀ ਜਾਣਕਾਰੀ ਤੁਹਾਡੇ ਕੋਲੋਂ ਲੁਕੋ ਲਈ ਜਾਂਦੀ ਆ, ਤੁਹਾਨੂੰ ਉਹ ਜਾਣਕਾਰੀ ਪੂਰੀ ਦਿੱਤੀ ਨਹੀਂ ਜਾਂਦੀ। ਠੀਕ ਆ। ਮੰਨ ਲਓ ਤੁਸੀਂ ਕਾਰ ਲਈ ਆ, ਕਾਰ ਦੇ ਉਹਨਾਂ ਨੇ ਕਿਹਾ ਵੀ ਇਹਦਾ ਐਕਸੀਡੈਂਟ ਹੋਇਆ ਸੀਗਾ, ਉਹ ਤੁਹਾਨੂੰ ਜਾਣ ਬੁੱਝ ਕੇ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਨਹੀਂ ਦਿੰਦਾ, ਲੁਕਾ ਜਾਂਦੇ ਆ ਜਾਂ ਉਹ ਲੁਕੋ ਲੈਂਦੇ ਆ। ਸੋ ਖਾਸ ਕਰਕੇ ਜਿਹੜੀ ਅਮਿਸ਼ਨ ਕਰਨੀ ਆ, ਜਾਣਕਾਰੀ ਤੁਹਾਨੂੰ ਨਹੀਂ ਦੇਣੀ ਜਿਹੜੀ ਕਿ ਉਹਨੂੰ ਉਹ ਦੇਣੀ ਚਾਹੀਦੀ ਆ, ਤਾਂ ਕਿ ਉਹ ਬੰਦਾ ਆਪਣਾ ਫੈਸਲਾ ਇਸ ਆਧਾਰ ਤੇ ਕਰੇ ਕਿ ਉਹਦੇ ਕੋਲ ਸਾਰੀ ਜਾਣਕਾਰੀ ਮੁਹੱਈਆ ਹੋਵੇ, ਉਹਦੇ ਬੇਸ ਤੇ ਉਹ ਕਰੇ। ਜੇ ਕਿਸੇ ਬੰਦੇ ਨੇ ਐਕਸੀਡੈਂਟ ਹੋਈ ਕਾਰ ਲੈਣੀ ਆ, ਇਹ ਉਹਦੀ ਮਰਜ਼ੀ ਆ, ਪਰ ਉਹਨੂੰ ਦੱਸਿਆ ਜਾਣਾ ਚਾਹੀਦਾ ਕਿ ਇਸ ਕਾਰ ਦਾ ਐਕਸੀਡੈਂਟ ਹੋਇਆ ਸੀ, ਇਹ ਰਾਈਟ ਆਫ ਹੋਈ ਆ, ਜਾਂ ਕੋਈ ਵੀ ਇੱਦਾਂ ਦੀ ਜਿਹੜੀ ਸਮੱਸਿਆ ਆ। ਹੋ ਸਕਦਾ ਕੋਈ ਬੰਦਾ ਇਹ ਕਹੇ ਵੀ ਹਾਂ ਵੀ ਰਾਈਟ ਆਫ ਹੋਈ ਸੀ, ਇਹਦਾ ਇੱਕ ਪਾਸਾ ਡੋਰ ਭੱਜ ਗਈ ਸੀ ਇਸ ਕਰਕੇ ਰਾਈਟ ਆਫ ਹੋ ਗਈ, ਪਰ ਮੇਰੇ ਲਈ ਇਹ ਜਿਹੜੀ ਹੈਗੀ ਆ ਉਹ ਕਾਰ ਠੀਕ ਆ, ਜਾਂ ਕੋਈ ਵੀ ਦੂਸਰੀ ਜਿਹੜੀ ਚੀਜ਼ ਹੈਗੀ ਆ ਉਹ ਜਿਹੜੀ ਜਾਣਕਾਰੀ ਆ ਉਹ ਪੂਰੀ ਹੋਣੀ ਚਾਹੀਦੀ ਆ। ਔਰ ਤੀਸਰਾ ਉਹ ਇਹ ਕਹਿੰਦੇ ਆ ਕਿ ਕਿਸੇ ਦੇ ਜਿਹੜੀ ਚੀਜ਼ ਆ ਉਹ ਧੱਕੇ ਦੇ ਨਾਲ ਅਗਲੇ ਦੇ ਸਿਰ ਮੜਨੀ।
ਤੁਸੀਂ ਬਹੁਤ ਸਾਰੇ ਦੇਖੋਗੇ ਕਿ ਕਈ ਅੱਗੇ ਬਹੁਤ ਵਾਰੀ ਹੁੰਦਾ ਸੀ ਕਿ ਜਿਹੜੇ ਡਬਲ ਗਲੇਜ਼ ਵਾਲੇ ਹੁੰਦੇ ਸੀ ਜਾਂ ਕੋਈ ਹੋਰ ਹੁੰਦੇ ਸੀ ਇੱਦਾਂ ਦੇ, ਉਹ ਘਰੀ ਫੋਨ ਕਰਦੇ ਸੀ, ਉਹ ਨਹੀਂ ਜੀ ਤੁਹਾਨੂੰ ਲੈਣਾ ਪੈਣਾ, ਉਹ ਘਰ ਆ ਕੇ ਬਹਿ ਜਾਂਦੇ ਸੀ, ਨਹੀਂ ਜੀ ਤੁਸੀਂ ਇਹ ਕੰਟਰੈਕਟ ਸਾਈਨ ਕਰੋ, ਨਹੀਂ ਤੁਹਾਨੂੰ ਇੱਦਾਂ ਕਰਨਾ ਪੈਣਾ। ਤੇ ਜਾਂ ਗਲਤੀ ਨਾਲ ਤੁਸੀਂ ਡਿਪੋਜ਼ਿਟ ਉਹਨਾਂ ਦੀ ਗੱਲਾਂ 'ਚ ਆ ਕੇ ਡਿਪੋਜ਼ਿਟ ਰੱਖ ਬੈਠੇ ਆ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਅਗਰ ਉਹ ਤੁਹਾਡੀ ਜਿਹੜੀ ਚੀਜ਼ ਆ ਕੋਈ ਵੀ ਤੁਹਾਡੇ ਧੱਕੇ ਨਾਲ ਤੁਹਾਡੇ ਗਲ ਪਾਈ ਜਾਂਦੀ ਆ, ਉਹ ਕੰਜ਼ਿਊਮਰ ਜਿਹੜਾ ਪ੍ਰੋਟੈਕਸ਼ਨ ਰੈਗੂਲੇਸ਼ਨ ਆ ਉਹਦੀ ਜਿਹੜੀ ਗਾਈਡੈਂਸ ਆ ਉਹਦੀ ਉਹ ਉਲੰਘਣਾ ਹੈਗੀ ਆ। ਇਹਦੇ ਤੋਂ ਇਲਾਵਾ ਕਈ ਗੱਲਾਂ ਜਿਹੜੀਆਂ ਹੈਗੀਆਂ ਉਹ ਕਾਨੂੰਨੀ ਤੌਰ 'ਤੇ ਮੈਨੂਫੈਕਚਰਰ ਨੂੰ ਜਾਂ ਜਿਹੜਾ ਵੇਚਣ ਵਾਲਾ ਹੈਗਾ ਉਹਨੂੰ ਉਹ ਪੂਰੀਆਂ ਕਰਨੀਆਂ ਪੈਂਦੀਆਂ। ਅਗਰ ਕੋਈ ਵੀ ਮੈਨੂਫੈਕਚਰਰ ਹੈਗਾ ਉਹਨੇ ਕੋਈ ਚੀਜ਼ ਇੱਦਾਂ ਦੀ ਬਣਾਈ ਹੈ ਜਿਹਦੇ ਵਿੱਚ ਉਹ ਜੋ ਕੁਛ ਉਹਨੂੰ ਬਣਾਉਣਾ ਚਾਹੀਦਾ ਸੀ ਕਾਨੂੰਨੀ ਤੌਰ 'ਤੇ, ਸੇਫਟੀ ਦੇ ਤੌਰ 'ਤੇ, ਉਹ ਮੰਨ ਲਓ ਗੱਲਾਂ ਪੂਰੀਆਂ ਨਹੀਂ ਹੁੰਦੀਆਂ। ਫਰਜ਼ ਕਰੋ ਕੋਈ ਮੈਨੂਫੈਕਚਰਰ ਹੈਗਾ, ਉਹ ਕਾਰ ਬਣਾਉਂਦਾ, ਉਹਦੇ ਵਿੱਚ ਕਾਰ ਦੇ ਵਿੱਚ ਸੀਟ ਬੈਲਟਾਂ ਨਹੀਂ ਲਾਉਂਦਾ। ਸੋ ਕਾਨੂੰਨਨ ਤੌਰ 'ਤੇ ਕਾਰ ਦੇ ਵਿੱਚ ਜਿਹੜੀ ਹੈਗੀਆਂ ਉਹ ਸੀਟ ਬੈਲਟਾਂ ਹੋਣੀਆਂ ਚਾਹੀਦੀਆਂ। ਬਿਲਕੁਲ, ਜਿਹੜੇ ਹੁਣ ਹਾਂ, ਅਗਰ ਉਹ ਕਾਨੂੰਨਨ ਤੌਰ 'ਤੇ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਪੂਰੀਆਂ ਨਹੀਂ ਕਰਦਾ ਤਾਂ ਉਹ ਇਸ ਇਹਨਾਂ ਰੈਗੂਲੇਸ਼ਨਸ ਦੀ ਉਹ ਜਿਹੜੀ ਹੈਗੀ ਆ ਉਹ ਉਲੰਘਣਾ ਕਰ ਰਿਹਾ। ਸੋ ਕਹਿੰਦੇ ਵਾਲੇ ਜਿਹੜੀਆਂ ਚੀਜ਼ਾਂ ਕਾਨੂੰਨਨ ਤੌਰ 'ਤੇ ਤੁਹਾਡਾ ਕਾਨੂੰਨ ਜਿਹਦੀ ਤੁਹਾਨੂੰ ਹਿਫਾਜ਼ਤ ਦਿੰਦਾ, ਅਗਰ ਉਹਦੀ ਉਲੰਘਣਾ ਹੋ ਰਹੀ ਆ, ਉਹ ਭਾਵੇਂ ਕੁਛ ਵੀ ਹੋਵੇ, ਉਹ ਇਸ ਚੀਜ਼ ਦੀ ਉਲੰਘਣਾ ਕਰ ਰਹੀ। ਇਹਦੇ ਤੋਂ ਇਲਾਵਾ ਜਿਹੜੇ ਹੈਗੇ ਆ ਉਹਨਾਂ ਨੇ 31 ਸ਼ਰਤਾਂ ਇੱਦਾਂ ਦੀਆਂ ਰੱਖੀਆਂ ਜਾਂ ਦਸੀਆਂ ਆ, ਐਕਸਪਲੇਨ ਕੀਤੀਆਂ ਹੈਗੀਆਂ ਕਿ ਉਹਨਾਂ ਦੇ ਵਿੱਚੋਂ ਅਗਰ ਕੋਈ ਵੀ ਸ਼ਰਤ ਜਿਹੜੀ ਹੈਗੀ ਆ ਉਹ ਲਾਗੂ ਹੁੰਦੀ ਆ ਤੇ ਉਹ ਜਿਹੜੀ ਹੈਗੀ ਆ ਉਹ ਸਿੱਧਾ ਹੀ ਉਹਦਾ ਬ੍ਰੀਚ ਹੈਗਾ। ਸੋ ਉਹਦੀ ਉਲੰਘਣਾ ਹੈਗੀ ਆ। ਸੋ ਇਸ ਕਰਕੇ ਉਹ ਜਿਹੜੀ ਹੈਗੀ ਆ, ਅਗਰ ਉਹਨਾਂ ਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਜਿਹੜੀ ਹੈਗੀ ਆ ਮੋਟੀਆਂ ਕਰ ਲਓ ਸਾਂਝੀਆਂ ਜੇ ਹੋ ਸਕਦੀਆਂ। ਹਾਂਜੀ, ਉਹ ਅਸੀਂ ਬਿਲਕੁਲ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ। ਜਿਵੇਂ ਕੋਈ ਵਪਾਰ ਆ, ਕੋਈ ਬਿਜ਼ਨਸ ਆ, ਉਹ ਇਹ ਗੱਲ ਕਹਿੰਦਾ ਕਿ ਅਸੀਂ ਜੀ ਫਲਾਨੀ ਆਰਗੇਨਾਈਜੇਸ਼ਨ ਆ ਉਹਦਾ ਹਿੱਸਾ ਆ। ਤੁਸੀਂ ਭਗਵੰਤ ਜੀ ਜਾਣਦੇ ਹੋਵੋਗੇ ਕਈ ਵਾਰੀ ਆਪਾਂ ਕੋਈ ਖਾਣਾ ਲੈਂਦੇ ਹਾਂ ਜਿਹਦੇ 'ਤੇ ਫੂਡ ਫਾਰਮ ਟਰੈਕਟਰ ਵਾਲੇ ਦੀ ਫੋਟੋ ਲੱਗੀ ਹੁੰਦੀ ਆ, ਜਿਹਦਾ ਮਤਲਬ ਹੁੰਦਾ ਕਿ ਉਹ ਸੋਇਲ ਦੇ ਪ੍ਰਤੀ ਜਾਂ ਜਿਹੜੀ ਮਿੱਟੀ ਆ ਉਹਦੇ ਵਿੱਚ ਉਹ ਪੈਸਟੀਸਾਈਡ ਜਿਹੜਾ ਹੈਗਾ ਜਾਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਉੱਦਾਂ ਦੀਆਂ ਨਹੀਂ ਪਾਉਂਦੇ। ਸੋ ਅਗਰ ਕੋਈ ਬਿਜ਼ਨਸ ਜਿਹੜਾ ਹੈਗਾ, ਮੰਨ ਲਓ ਕੋਈ ਬੰਦਾ ਚੀਜ਼ਾਂ ਵੇਚਦਾ, ਫਲ ਸਬਜ਼ੀਆਂ ਵੇਚਦਾ, ਉਹਦੇ ਫੋਟੋ ਲਾਈ ਆ ਪਰ ਉਹਨੇ ਉਹਦੇ ਕੋਲੋਂ ਦਵਾਈਆਂ ਵਰਤਦਾ ਆ, ਅੱਛਾ ਠੀਕ, ਜਾਂ ਉਹਦੇ ਕੋਲੋਂ ਮਨਜ਼ੂਰੀ ਉਹਨਾਂ ਨੇ ਨਹੀਂ ਲਈ, ਤੇ ਇਹਦਾ ਮਤਲਬ ਇਹ ਆ ਕਿ ਉਹ ਜਿਹੜਾ ਇਹਨਾਂ ਰੈਗੂਲੇਸ਼ਨਸ ਦੀ ਆ ਉਹ ਉਲੰਘਣਾ ਕਰ ਰਿਹਾ, ਜਿਹਦੀ ਕਿ ਟ੍ਰੇਡਿੰਗ ਸਟੈਂਡਰਡ ਦੇ ਕੋਲ ਨਹੀਂ ਇਜਾਜ਼ਤ ਨਹੀਂ ਲਈ ਉਹਨੇ, ਜਿਹਨੇ ਇਜਾਜ਼ਤ ਨਹੀਂ ਗਲਤ ਮਤਲਬ ਕਿ ਜਿਹੜਾ ਮਾਰਕ ਹੈ ਜਾਂ ਕੋਈ ਵੀ ਉਸਦਾ ਗਲਤ ਇਸਤੇਮਾਲ ਕਰ ਰਿਹਾ। ਹਾਂਜੀ, ਹਾਂ, ਜਿੱਦਾਂ ਤੁਸੀਂ ਤੁਹਾਡਾ ਬਾਹਰ ਪੈਂਦਾ ਰਹਿੰਦਾ ਕਿ ਬਹੁਤ ਸਾਰੇ ਕੁਆਲਿਟੀ ਮਾਰਕ ਹੈਗੇ ਆ, ਮੰਨ ਲਓ ਕਿਸੇ ਕੋਈ ਅੰਗਰੇਜ਼ੀ ਕਾਈਟ ਮਾਰਕ ਜਿਹੜੇ ਹੁੰਦੇ ਆ ਬ੍ਰਿਟਿਸ਼ ਸਟੈਂਡਰਡ ਦੇ ਹੋ ਸਕਦੇ ਆ। ਉਹ ਕੋਈ ਬੰਦਾ ਗੈਸ ਇੰਜੀਨੀਅਰ ਆ, ਉਹਨੇ ਮਾੜਾ ਮੋਟਾ ਕੰਮ ਸਿੱਖਿਆ ਹੈਗਾ, ਪਰ ਉਹ ਮਗਰੋਂ ਸਟਿੱਕਰ ਇਹ ਲਾਈ ਫਿਰਦਾ ਵੀ ਜੀ ਮੈਂ ਤਾਂ ਕੋਰਗੀ ਰਜਿਸਟਰਡ ਆ ਜਾਂ ਮੈਂ ਫਲਾਨੀ ਸੰਸਥਾ ਨਾਲ ਰਜਿਸਟਰਡ ਆ, ਜਿਹੜੀ ਉਸ ਗੱਲ ਨੂੰ ਇਹ ਦੱਸਦੀ ਆ ਵੀ ਇਹ ਬੰਦੇ ਨੇ ਪ੍ਰੋਪਰ ਤੌਰ 'ਤੇ ਇਹ ਕੁਆਲੀਫਾਈਡ ਹੈਗਾ। ਸੋ ਅਗਰ ਉਹਦਾ ਸਟਿੱਕਰ ਯੂਜ਼ ਕਰਦਾ, ਉਹਦੀ ਕਾਈਟ ਮਾਰਕ ਯੂਜ਼ ਕਰਦਾ, ਪਰ ਉਹਦੇ ਕੋਲ ਇਜਾਜ਼ਤ ਹੈ ਨਹੀਂ, ਫਿਰ ਉਹ ਗੱਲ ਇਲੀਗਲ ਹੈਗਾ, ਬਿਲਕੁਲ ਕਰਦਾ ਪਿਆ। ਬਿਲਕੁਲ। ਸੋ ਇਹ ਵੀ ਉਹਦੇ ਵਿੱਚ ਜਿਹੜੀ ਇੱਕ ਹੁੰਦੀ ਆ ਕਿ ਉਹਦੀ ਜਿਹੜੀ ਉਲੰਘਣਾ ਕਰ ਰਿਹਾ। ਸੋ ਸਾਨੂੰ ਅਗਰ ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਹੁੰਦੀ ਆ ਤੇ ਤੁਸੀਂ ਉਹਦਾ ਚੈੱਕ ਕਰ ਸਕਦੇ ਹੈਗੇ ਆ। ਆਪਣੇ ਮੈਂ ਖਾਸ ਕਰਕੇ ਚਲੋ ਮੈਂ ਥੋੜਾ ਬਿਲਡਿੰਗ ਟ੍ਰੇਡ ਦੇ ਵਿੱਚ ਮਾੜਾ ਮੋਟਾ ਇਨਵੋਲਵ ਹੈਗੇ ਆ। ਹਾਂਜੀ, ਬਈ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਜਿਹੜਾ ਸੇਫ ਗੈਸ ਨੂੰ ਕਹਿਣ ਪਹਿਲਾਂ ਕੋਲ ਸੀਗਾ, ਹੁਣ ਸੇਫ ਗੈਸ ਕਹਿੰਦੇ ਆਪਾਂ ਅੱਜ ਕੱਲ੍ਹ ਉਹਨਾਂ ਨੂੰ। ਵੀ ਸਾਨੂੰ ਕਦੇ ਵੀ ਤੁਸੀਂ ਘਰ ਦਾ ਸਰਟੀਫਿਕੇਟ, ਘਰ ਦਾ ਕਿਰਾਏ 'ਤੇ ਦਿੱਤੇ ਘਰਾਂ ਦਾ ਜਾਂ ਕਿ ਹੋਰ ਇਨਵੈਸਟਮੈਂਟ ਦੇ ਵਿੱਚ ਕਦੇ ਤੁਸੀਂ ਲੈਂਦੇ ਹੋ ਤਾਂ ਤੁਹਾਨੂੰ ਇਹ ਜ਼ਰੂਰੀ ਆ ਕਿ ਉਹ ਬੰਦਾ ਉਹਦੇ ਕੋਲ ਸੇਫ ਗੈਸ ਦਾ ਸਰਟੀਫਾਈਡ ਇੰਜੀਨੀਅਰ ਚਾਹੀਦਾ, ਗੈਸ ਸੇਫ ਦਾ। ਹਾਂਜੀ ਆ। ਤੇ ਇਸ ਤਰ੍ਹਾਂ ਬਿਲਕੁਲ ਜਿਹੜੇ ਡਬਲ ਗਲੇਜ਼ਿੰਗ ਆਪਾਂ ਕਰਾਉਂਦੇ ਆ ਘਰਾਂ ਦੀ, ਤਾਂ ਉਹਦੇ ਸ਼ੀਸ਼ੇ ਦੇ ਖੁੰਝੇ ਦੇ ਵਿੱਚ ਉਹਨਾਂ ਨੇ ਇੱਕ ਕਾਈਟ ਦਾ ਮਾਰਕ ਦਾ, ਕਹਿੰਦੇ ਕਾਈਟ ਆ ਪਰ ਉਹ ਲੱਗਦੀ ਹੁੰਦੀ ਜਿੱਦਾਂ ਹਾਰਟ ਦਾ ਉਹਦਾ ਨਿਸ਼ਾਨ ਉਹਨਾਂ ਨੇ ਪਾਇਆ ਹੁੰਦਾ ਉਹਨਾਂ ਦੇ ਵਿੱਚ। ਤੇ ਉਹ ਜ਼ਰੂਰ ਸਾਨੂੰ ਚੈੱਕ ਕਰਨਾ ਚਾਹੀਦਾ। ਬਿਜਲੀ ਵਾਲੇ ਹੈਗੇ ਆ, ਜੇ ਕੋਈ ਬਿਜਲੀ ਵਾਲਾ ਤੁਹਾਡੀ ਬਿਜਲੀ ਠੀਕ ਕਰਨ ਆਉਂਦਾ ਆ, ਹਾਂਜੀ, ਤੇ ਉਹਦੇ ਕੋਲ ਵੀ ਸਰਟੀਫਿਕੇਟ ਚਾਹੀਦਾ ਆ। ਹਾਂਜੀ, ਤੇ ਕੱਲ੍ਹ ਨੂੰ ਕਿਉਂਕਿ ਜਦੋਂ ਤੁਹਾਡੇ ਕੋਈ ਇਨਕੇਸ ਇੰਸ਼ੋਰੈਂਸ ਨਾਲ ਕੋਈ ਰਫੜ ਪੈ ਜਾਵੇ ਤਾਂ ਸਭ ਤੋਂ ਪਹਿਲਾਂ ਉਹ ਇਹ ਚੈੱਕ ਕਰਦੇ ਵੀ ਤੁਹਾਡੇ ਕੋਲ ਇਹ ਸੇਫ ਗੈਸ ਤੇ ਇਲੈਕਟ੍ਰਿਕ ਦਾ ਜਿਹੜਾ ਹੈਗਾ ਉਹ ਹੈ ਕਿ ਨਹੀਂ ਹੈਗਾ। ਹਾਂਜੀ, ਤੇ ਉਹ ਜ਼ਰੂਰ ਚੈੱਕ ਕਰਨੇ ਚਾਹੀਦੇ ਸਾਨੂੰ। ਤੇ ਹਾਂਜੀ, ਬਿਲਕੁਲ, ਇਹ ਭਗਵੰਤ ਜੀ ਇਹੀ ਗੱਲ ਅਸੀਂ ਕਰ ਰਹੇ ਹਾਂ ਕਿ ਅਗਰ ਕੋਈ ਬੰਦਾ ਆ ਕੇ ਕਹਿੰਦਾ ਨਹੀਂ ਜੀ ਮੈਂ ਤਾਂ ਉਹਨਾਂ ਨਾਲ ਰਜਿਸਟਰਡ ਹੈਗਾ ਪਰ ਉਹ ਹੈ ਨਹੀਂਗਾ, ਫਿਰ ਤੁਹਾਨੂੰ
ਇਹ ਫਿਰ ਉਹ ਤੁਹਾਨੂੰ ਜਿਹੜਾ ਹੈਗਾ ਉਹ ਧੋਖਾ ਟ੍ਰੇਡਿੰਗ ਸਟੈਂਡਰਡ ਇਨਵੋਲਵ ਹੋ ਜਾਂਦਾ, ਉਹ ਟ੍ਰੇਡਿੰਗ ਸਟੈਂਡਰਡ ਜਿਹੜਾ ਹੈਗਾ ਉੱਥੇ ਇਨਵੋਲਵ ਹੋ ਸਕਦਾ। ਜਾਂ ਕੋਈ ਸੰਸਥਾ ਆ ਉਹ ਇਹ ਗੱਲ ਕਹਿੰਦੀ ਆ ਕਿ ਸਾਨੂੰ ਸਰਕਾਰੀ ਤੌਰ 'ਤੇ ਮਾਨਤਾ ਪ੍ਰਾਪਤ ਆ ਕਿ ਅਸੀਂ ਆ ਜਿਹੜੀ ਫਲਾਨੀ ਚੀਜ਼ ਆ ਜਾਂ ਫਲਾਨੀ ਦਵਾਈ ਵੇਚ ਸਕਦੇ ਆ, ਜਾਂ ਅਸੀਂ ਫਲਾਨੀ ਮੰਨ ਲਓ ਕੋਈ ਕੈਮਿਸਟਰੀ ਹੈਗੀ ਆ, ਉਹ ਕਹਿੰਦਾ ਜੀ ਮੈਨੂੰ ਤਾਂ NHS ਵੱਲੋਂ ਮਨਜ਼ੂਰੀ ਆ, NHS ਜਿਹੜੀ ਹੈਗੀ ਆ ਉਹ ਸਰਕਾਰੀ ਸੰਸਥਾ ਹੈਗੀ ਆ। ਜਾਂ ਕੋਈ ਬੰਦਾ ਜੇ ਤੁਸੀਂ ਨੋਟ ਕੀਤਾ ਹੋਊਗਾ ਕਿ ਐਸੇ ਹੀ ਮਹਾਮਾਰੀ ਦੇ ਦੌਰਾਨ ਇੰਡੀਆ ਦੇ ਵਿੱਚ ਇੱਕ ਬੜਾ ਮਸ਼ਹੂਰ ਬਾਬਾ ਹੋਇਆ ਜਿਹਨੇ ਇਹ ਕਿਹਾ ਸੀ ਮੇਰੀਆਂ ਜਿਹੜੀਆਂ ਦਵਾਈਆਂ ਆ ਉਹ WHO ਵੱਲੋਂ ਪ੍ਰਵਾਨਿਤ ਨੇ। ਸੋ ਉਹ ਤਾਂ ਚਲੋ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇੱਥੇ ਦੀ ਵੀ ਗੱਲ ਕਰਦੇ ਹਾਂ, ਇੱਥੇ ਵੀ ਸਾਨੂੰ ਬਹੁਤ ਸਾਰੇ ਇੱਦਾਂ ਦੇ ਚੀਜ਼ ਬੰਦੇ ਜਿਹੜੇ ਮਿਲ ਜਾਂਦੇ ਆ, ਜਾਂ ਜਿਹੜੇ ਲੋਕਾਂ ਨੂੰ ਲੁੱਟਣ ਵਾਲੇ ਹੈਗੇ ਉਹ ਮਿਲ ਜਾਂਦੇ ਆ, ਜਿਹੜੇ ਇਹ ਗੱਲ ਕਹਿੰਦੇ ਆ ਜੀ ਸਾਨੂੰ ਤਾਂ ਫਲਾਣੀ ਸੰਸਥਾ ਦੀ ਮਾਨਤਾ ਦਿੱਤੀ ਆ, ਸੋ ਸਾਨੂੰ ਜਿਹੜੀ ਹੈਗੀ ਸਾਡੀਆਂ ਚੀਜ਼ਾਂ ਜਿਹੜੀਆਂ ਉਹ ਭਰੋਸੇਯੋਗ ਆ। ਸੋ ਅਗਰ ਉਹਨੂੰ ਸਰਕਾਰੀ ਸੰਸਥਾ ਦੀ ਉਹ ਕਲੇਮ ਕਰਦਾ ਆ ਪਰ ਉਹਦੇ ਕੋਲ ਹੈ ਨਹੀਂ, ਤੇ ਫਿਰ ਉਹ ਜਿਹੜਾ ਹੈਗਾ ਆ ਉਹਦੇ ਇਹਨਾਂ ਦੀ ਉਲੰਘਣਾ ਕਰ ਰਿਹਾ, ਤਾਂ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਕੋਲ ਜਾ ਸਕਦੇ ਹੋ। ਤੇ ਮੇਰਾ ਆਪਣਾ ਖਿਆਲ ਹੈ ਕਿ ਜਿਹੜਾ ਅੱਜ ਕੱਲ੍ਹ ਤਾਂ ਨਵਦੀਪ ਜੀ ਜਿਹੜਾ ਇਸ ਟਾਈਮ ਜਿੰਨਾ ਡਿਜੀਟਲ ਜਿੰਨਾ ਇਲੈਕਟ੍ਰੋਨਿਕ ਸਿਸਟਮ ਅੱਗੇ ਆ ਗਿਆ ਜੀ, ਤਾਂ ਜਿੱਦਾਂ YouTube ਹੈ ਜਾਂ ਹੋਰ ਜਿਹੜਾ Google 'ਤੇ ਜਾ ਕੇ ਤੁਸੀਂ ਮੇਰੇ ਖਿਆਲ ਆਰਾਮ ਨਾਲ ਕਿਸੇ ਚੀਜ਼ ਦਾ ਚੈਕਿੰਗ ਕਰ ਸਕਦੇ ਹੋ। ਬਿਲਕੁਲ ਕਰ ਸਕਦੇ ਹਾਂ। ਹਾਂਜੀ ਬਿਲਕੁਲ। ਜਿਹੜੀਆਂ ਸੰਸਥਾਵਾਂ ਮਾਨਤਾ ਦਿੰਦੀਆਂ ਆ ਉਹਨਾਂ ਦੇ ਜਿਹੜੀਆਂ ਵੈਬਸਾਈਟਾਂ ਹੁੰਦੀਆਂ ਉਹਨਾਂ 'ਤੇ ਹਮੇਸ਼ਾ ਹੀ ਇਹ ਹੁੰਦਾ ਕਿ ਫਲਾਣੇ ਦਾ ਫਲਾਣਾ ਨੰਬਰ ਆ। ਮੰਨ ਲਓ ਤੁਸੀਂ ਕਿਸੇ ਵਕੀਲ ਦੇ ਵੀ ਜਾਂਦੇ ਆ, ਕੋਈ ਵੀ ਜਿਹੜਾ ਵਕੀਲ ਆ ਉਹ ਬਿਨਾਂ ਜਿਹੜੀ ਸੋਲਿਸਿਟਰ ਅਥਾਰਟੀ ਹੈਗੀ ਆ ਉਹਨਾਂ ਦੇ ਨਾਲ ਰਜਿਸਟਰ ਹੋਇਆਂ ਤੋਂ ਬਿਨਾਂ ਉਹ ਪ੍ਰੈਕਟਿਸ ਨਹੀਂ ਕਰ ਸਕਦਾ। ਅਗਰ ਤੁਸੀਂ ਉਹਦਾ ਨੰਬਰ ਪਾਓਗੇ, ਆਪਣੇ ਸੋਲਿਸਿਟਰ ਦਾ ਨੰਬਰ ਪਾਓਗੇ, ਤੇ ਉਹ ਜਿਹੜਾ ਹੈਗਾ ਉਹਨਾਂ ਦੀ ਸਾਈਟ 'ਤੇ ਸੋਲਿਸਿਟਰ ਅਥਾਰਟੀ ਜਿਹੜੀ ਸਾਈਟ ਹੈਗੀ ਆ ਉੱਥੇ ਤੁਸੀਂ ਜਾ ਕੇ ਪਾਉਂਦੇ ਆ ਤਾਂ ਉਹਦਾ ਸਾਰੀ ਡੀਟੇਲ ਜਿਹੜੀ ਆ ਉਹ ਤੁਹਾਡੇ ਮੂਹਰੇ ਆ ਜਾਂਦੀ ਹੈ ਵੀ ਹਾਂ ਇਹ ਫਲਾਣਾ ਬੰਦੇ ਜਿਹੜਾ ਵਕੀਲ ਆ ਉਹ ਫਲਾਣੇ ਥਾਂ ਤੋਂ ਉਹਨੇ ਆਹ ਗੱਲ ਕੀਤੀ ਆ, ਇੱਥੇ ਇਹਦੇ ਪੂਰੀਆਂ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਸ ਪੂਰੀਆਂ ਕਰਦਾ ਔਰ ਹੁਣ ਇਹ ਜਿਹੜਾ ਹੈਗਾ ਉਹ ਸਰਵਿਸ ਪ੍ਰੋਵਾਈਡ ਕਰ ਸਕਦਾ। ਸੋ ਇਹ ਇਕੱਲਾ ਹੀ ਜਿਹੜਾ ਹੈਗਾ ਉਹ ਸੋਲਿਸਿਟਰ ਲਈ, ਈਵਨ ਜਿਹੜੇ ਡਾਕਟਰ ਵੀ ਹੈਗੇ ਆ, ਡਾਕਟਰਾਂ ਦੀ ਵੀ ਆਪਣੀ ਰਜਿਸਟ੍ਰੇਸ਼ਨ ਹੁੰਦੀ ਆ, ਨਰਸਾਂ ਦੀ ਵੀ ਆਪਣੀ ਰਜਿਸਟ੍ਰੇਸ਼ਨ ਹੁੰਦੀ ਆ, ਔਰ ਬਹੁਤ ਸਾਰੇ ਇੱਦਾਂ ਦੇ ਜਿਹੜੇ ਕਿੱਤੇ ਹੈਗੇ ਆ, ਖਾਸ ਕਰਕੇ ਜਿਹੜੇ ਹੈਲਥ ਨਾਲ ਸੰਬੰਧਿਤ ਪ੍ਰੋਫੈਸ਼ਨਲ ਹੈਗੇ ਆ, ਕਿੱਤੇ ਹੈਗੇ ਆ, ਉਹ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੁੰਦੀ ਆ। ਅਗਰ ਤੁਸੀਂ ਉਹਨਾਂ ਨੂੰ ਚੈੱਕ ਕਰਨਾ ਚਾਹੋ ਤਾਂ ਉਹ ਤੁਸੀਂ ਚੈੱਕ ਕਰ ਸਕਦੇ ਆ, ਔਰ ਤੁਹਾਡਾ ਇਹ ਵੀ ਹੱਕ ਬਣਦਾ ਕਿ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕਿ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਕੀ ਹੈਗਾ। ਠੀਕ ਆ, ਅਗਰ ਤੁਹਾਡਾ ਹੱਕ ਬਣਦਾ ਹੈ ਉਹਨੂੰ ਪੁੱਛਣਾ, ਡਰਨ ਦੀ ਲੋੜ ਨਹੀਂ ਹੈ, ਕੋਈ ਡਰਨ ਦੀ ਲੋੜ ਨਹੀਂ ਹੈ। ਅਗਰ ਉਹ ਬੰਦਾ ਸਹੀ ਆ ਜਿਹਦੇ ਕੋਲੋਂ ਤੁਸੀਂ ਜਾਂਦੇ ਆ, ਉਹਨੂੰ ਕੋਈ ਡਰ ਨਹੀਂ ਹੈਗਾ, ਉਹਦੇ ਕੋਲ ਕੋਈ ਚੀਜ਼ ਲੁਕਾਉਣ ਲਈ ਨਹੀਂ ਹੈਗੀ, ਤਾਂ ਉਹ ਤੁਹਾਨੂੰ ਕਹੂਗਾ ਵੀ ਹਾਂ ਜੀ ਆ ਮੇਰਾ ਨੰਬਰ ਆ, ਤੁਸੀਂ ਮੈਨੂੰ ਜਦੋਂ ਮਰਜ਼ੀ ਜਿਹੜਾ ਹੈਗਾ ਉਹ ਚੈੱਕ ਕਰ ਲਓ। ਇਹਦਾ ਮਤਲਬ ਕਿ ਦੋ ਚੀਜ਼ਾਂ ਹੋ ਗਈਆਂ ਹੁਣ, ਇੱਕ ਤਾਂ ਹੋ ਗਿਆ ਵੀ ਜਿਸ ਤਰ੍ਹਾਂ ਉਹ ਜਿਹੜੀ ਉਸ ਕਿੱਤੇ ਨੂੰ, ਉਸ ਪ੍ਰੋਫੈਸ਼ਨ ਨੂੰ ਕੰਟਰੋਲ ਕਰਨ ਵਾਲੀ, ਉਹਦਾ ਧਿਆਨ ਰੱਖਣ ਵਾਲੀ, ਉਹਦੀ ਕੁਆਲਿਟੀ ਚੈੱਕ ਕਰਨ ਵਾਲੀ ਆਰਗੇਨਾਈਜੇਸ਼ਨ ਹੋ ਗਈ ਆ, ਉਹਦੀ ਹੋ ਗਿਆ। ਤੇ ਸੈਕੰਡ ਆਪਾਂ ਨੂੰ ਵੀ ਕਈ ਲੋਕ ਕੋਈ ਦੂਸਰੇ ਦਾ ਨਾਂ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਆ ਬਈ ਕਿਸੇ ਦਾ ਨਾਂ ਐਵੇਂ ਕਹਿਣਾ ਕਿ ਮੈਂ ਚਰਚ ਦਾ ਉਹ ਹੈਗਾ, ਉਹਦਾ ਮੈਂਬਰ ਹੈਗਾ ਸਾਡੀ ਸੰਸਥਾ, ਤੇ ਸਾਨੂੰ ਇਹ ਗੱਲਾਂ ਕਰਨੀ ਚੈੱਕ ਕਰਨੀਆਂ ਚਾਹੀਦੀਆਂ ਨੇ ਜ਼ਰੂਰ। ਬਿਲਕੁਲ, ਸਾਨੂੰ ਉਹਦੇ 'ਤੇ ਸਾਨੂੰ ਹਿਚਕਚਾਹਟ ਨਹੀਂ ਕਰਨੀ ਚਾਹੀਦੀ, ਸਾਨੂੰ ਸਮਾਂ ਕਰ ਲੈਣਾ ਚਾਹੀਦਾ। ਖਾਸ ਕਰਕੇ ਜਿੱਦਾਂ ਦੇ ਦੌਰ ਦੇ ਵਿੱਚੋਂ ਭਗਵੰਤ ਜੀ ਅਸੀਂ ਨਿਕਲੇ ਆ ਕਰੋਨਾ ਦੇ ਵਿੱਚ, ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ, ਇਲਾਜ, ਜਿਹੜੇ ਇੱਦਾਂ ਦੇ ਪੁੱਠੇ ਸਿੱਧੇ ਕੰਮ ਜਿਹੜੇ ਹੈਗੇ ਆ ਉਹ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹਦੇ ਤੋਂ ਬਚੇ ਰਹੀਏ। ਔਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇੱਦਾਂ ਦੇ ਕਲੇਮ ਵੀ ਕੀਤੇ ਆ ਜੀ ਮੈਨੂੰ ਤਾਂ ਫਲਾਣੇ ਦੀ ਆ, ਮੈਂ ਫਲਾਣੇ ਨਾਲ ਰਜਿਸਟਰਡ ਆ, ਮੇਰਾ ਫਲਾਣੇ ਦੇ ਨਾਲ ਆਹ ਹੈਗਾ, ਪਰ ਅਸਲ ਦੇ ਵਿੱਚ ਜਦੋਂ ਤੁਸੀਂ ਥੋੜ੍ਹੀ ਜਿਹੀ ਖੋਜ ਕਰਦੇ ਆ ਤਾਂ ਉਹਨਾਂ ਦੇ ਕੋਲੋਂ ਕੁਛ ਨਹੀਂ ਨਿਕਲਦਾ। ਤੇ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ, ਕਿੱਡੀ ਵੱਡੀ ਹੈ, ਚਲੋ ਆਪਾਂ ਤਾਂ ਸਧਾਰਨ ਲੋਕ ਹੈਗੇ ਆ, ਸਾਨੂੰ ਇਹਨਾਂ ਲੋਕਾਂ ਵੱਲੋਂ ਠੱਗ ਹੋ ਜਾਣਾ ਕੋਈ ਵੱਡੀ ਗੱਲ ਨਹੀਂ। ਮੈਨੂੰ ਜਿੱਦਾਂ ਲੱਗਦਾ ਵੀ ਜੇ ਮੈਂ ਗਲਤ ਨਾ ਹੋਵਾਂ ਤੇ ਸਰਕਾਰ ਨੂੰ ਜਿਹੜੇ ਕਹਿੰਦੇ ਸੀਗੇ ਗਲਵਜ਼ ਵਗੈਰਾ ਕੀ ਸੀ ਉਹਦਾ ਲਫ਼ਜ਼ ਸੀਗਾ ਜਿਹੜਾ PPE ਦਾ, ਉਹ ਲੋਕ ਇਹਨਾਂ ਨੂੰ ਕਾਫੀ ਨੁਕਸਾਨ ਪਹੁੰਚਾ ਕੇ ਕਾਫੀ ਬਿਲਕੁਲ ਲੁੱਟ ਕੇ ਲੈ ਗਏ, ਸਰਕਾਰ ਦਾ ਪੈਸਾ ਮਿਲੀਅਨਸ ਦੇ ਹਿਸਾਬ ਨਾਲ ਲੈ ਕੇ ਗਏ ਲੁੱਟ ਕੇ। ਤੇ ਹਾਂਜੀ ਕਈ ਲੋਕ ਤਾਂ ਭਗਵੰਤ ਜੀ ਇਹ ਵੀ ਅੰਦਾਜ਼ਾ ਲਾਉਂਦੇ ਵੀ ਜਿਹੜਾ ਉਹ ਨੁਕਸਾਨ ਹੈ ਉਹ ਬਿਲੀਅਨ ਪਾਉਂਡਾਂ ਦਾ ਨੁਕਸਾਨ ਹੋਇਆ। ਇੱਕ ਰਿਪੋਰਟ ਤਾਂ ਇਹ ਵੀ ਆਈ ਆ ਕਿ ਤਕਰੀਬਨ 550 ਮਿਲੀਅਨ ਦਾ ਜਿਹੜੀ PPE ਕਿੱਟ ਹੈਗੀ ਆ ਉਹ ਸਿਰਫ ਇਸ ਕਰਕੇ ਨਹੀਂ ਵਰਤੀ ਗਈ ਕਿ ਜਿਹੜੇ ਜੇ ਇਸ ਸਟੈਂਡਰਡ ਦੀ ਉਹ ਹੋਣੀ ਚਾਹੀਦੀ ਸੀ ਉਹ ਹੈ ਨਹੀਂ ਸੀ। ਸੋ ਉਹ ਵੇਸਟ ਆਫ ਮਨੀ ਜਿਹੜੀ ਹੈਗੀ ਆ ਉਹ ਤੁਹਾਡਾ ਜਿਹੜਾ ਨੁਕਸਾਨ ਕਰ ਸਕਦੀ ਆ, ਤੁਹਾਡਾ ਜਾਤੀ ਤੌਰ 'ਤੇ ਵੀ ਕਰ ਸਕਦੀ ਆ, ਸਾਡੀਆਂ ਸੰਸਥਾਵਾਂ ਦਾ ਵੀ ਕਰ ਸਕਦੀ ਆ, ਸਾਡੀਆਂ ਸਰਕਾਰਾਂ ਦਾ ਵੀ ਨੁਕਸਾਨ ਕਰ ਸਕਦੀ ਆ। ਸੋ ਇਸ ਕਰਕੇ ਸਾਨੂੰ ਜਿਹੜੀਆਂ ਅੱਖਾਂ ਆ ਉਹ ਹਮੇਸ਼ਾ ਖੋਲ੍ਹ ਕੇ ਜਿਹੜਾ ਕਰਨਾ ਚਾਹੀਦਾ। ਸਾਨੂੰ ਕਿਸੇ ਵੇਲੇ ਕਿਸੇ ਵੀ ਚੀਜ਼ ਦੀ ਲੋੜ ਪੈ ਸਕਦੀ ਆ,
ਸੋ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਸਾਡੇ ਕੋਲ ਇਹ ਸਹੂਲਤਾਂ ਹੈਗੀਆਂ ਕਿ ਅਸੀਂ ਕਿਸੇ ਵੀ ਚੀਜ਼ ਬਾਰੇ ਬੜੀ ਆਸਾਨੀ ਦੇ ਨਾਲ ਜਿਹੜਾ ਹੈਗਾ ਉਹ ਚੈੱਕ ਕਰ ਸਕਦੇ ਹਾਂ। ਜੇ ਅਗਰ ਅਸੀਂ ਨਹੀਂ ਕਰਦੇ ਤਾਂ ਫਿਰ ਉਹਦਾ ਜਿਹੜਾ ਦੋਸ਼ ਵੀ ਆ ਉਹ ਜ਼ਿਆਦਾਤਰ ਸਾਡੇ 'ਤੇ ਹੀ ਆਉਂਦਾ ਕਿ ਜਦੋਂ ਸਾਡੇ ਕੋਲ ਮੌਕਾ ਸੀ ਅਸੀਂ ਉਹਦੇ ਬਾਰੇ ਕੋਈ ਛਾਣਬੀਣ ਨਹੀਂ ਕੀਤੀ। ਜਦੋਂ ਹੁਣ ਅਸੀਂ ਲੁੱਟ ਹੋ ਗਏ ਹਾਂ ਤਾਂ ਫਿਰ ਅਸੀਂ ਰੌਲਾ ਪਾਉਂਦੇ ਹਾਂ, ਤਾਂ ਫਿਰ ਜਿਹੜੀ ਹੈਗੀ ਆ ਸਾਡੀ ਮਦਦ ਵੀ ਉਹ ਬਹੁਤ ਨਹੀਂ ਹੋ ਸਕਦੀ। ਸੋ ਸਾਨੂੰ ਜਿਹੜੀ ਡਿਊ ਡਿਲੀਜੈਂਸ ਜਿਹੜੇ ਹੈਗਾ, ਡਿਊ ਡਿਲੀਜੈਂਸ ਦਾ ਮਤਲਬ ਹੈਗਾ ਕਿ ਜਿਹੜਾ ਸਾਡੇ ਧਿਆਨ ਦੇਣ ਯੋਗ ਗੱਲਾਂ ਹੈਗੀਆਂ, ਜੇ ਅਸੀਂ ਉਹ ਗੱਲਾਂ ਨਹੀਂ ਕਰਦੇ ਤੇ ਫਿਰ ਜਿਹੜੀਆਂ ਦੂਜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜਿਵੇਂ ਟ੍ਰੇਡਿੰਗ ਸਟੈਂਡਰਡ ਆ ਜਾਂ ਕੋਈ ਹੋਰ ਵੀ ਹੈਗਾ, ਉਹ ਵੀ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਮਦਦ ਨਹੀਂ ਕਰ ਸਕਦੀਆਂ। ਮਤਲਬ ਕੋਸ਼ਿਸ਼ ਪੂਰੀ ਕਰੋ ਕਿ ਜਦ ਤੁਸੀਂ ਕੋਈ ਚੀਜ਼ ਖਰੀਦਦੇ ਹੋ, ਜਿਸ ਤਰ੍ਹਾਂ ਕੋਈ ਵੀ ਚੀਜ਼ ਹੈ ਸਹੂਲਤ ਲੈਣੇ ਕਿਸੇ ਤੋਂ ਇਹ ਕਰਦੇ ਹੋ, ਤੇ ਉਹਦਾ ਪਹਿਲਾਂ ਤਾਂ ਉਹਦੀ ਇਨਕੁਆਇਰੀ ਪੂਰੀ ਕੀਤੀ ਜਾਵੇ ਕਿ ਜੋ ਕੁਛ ਕਹਿੰਦਾ ਉਹ ਹੈਗਾ। ਹਾਂਜੀ। ਤੇ ਮੇਰੇ ਖਿਆਲ ਹੈ ਵੀ ਜੇ ਸੈਕਿੰਡ ਤੁਸੀਂ ਲੁੱਟ ਵੀ ਹੋ ਗਏ ਆ, ਉਸ ਤੋਂ ਬਾਅਦ ਵੀ ਤੁਸੀਂ ਕਰ ਸਕਦੇ ਹੋ, ਫਿਰ ਵੀ ਤੁਸੀਂ ਕਲੇਮ ਕਰ ਸਕਦੇ ਹੋ, ਪਰ ਥੋੜੀ ਰੁਕਾਵਟ ਆਉਂਦੀ ਹੈ, ਮੈਂ ਫਿਰ ਥੋੜਾ ਮੁਸ਼ਕਿਲ ਹੁੰਦੀ ਹੈ। ਹਾਂਜੀ ਭਗਵੰਤ ਜੀ, ਭਾਵੇਂ ਅਸੀਂ ਹਮੇਸ਼ਾ ਹੀ ਇਹ ਸਾਡੇ ਭੈਣਾਂ ਭਰਾਵਾਂ ਦੇ ਨਾਲ ਸਾਂਝਾ ਕਰਦੇ ਹਾਂ ਹਮੇਸ਼ਾ ਹੀ ਕਿ ਅਗਰ ਤੁਹਾਨੂੰ ਉਸ ਦਾ ਫਾਇਦਾ ਨਾ ਹੋਵੇ, ਹੋ ਸਕਦਾ ਤੁਹਾਡਾ ਨੁਕਸਾਨ ਦੀ ਭਰਪਾਈ ਨਾ ਹੋਵੇ, ਪਰ ਅਗਰ ਫਿਰ ਵੀ ਤੁਸੀਂ ਟ੍ਰੇਡਿੰਗ ਸਟੈਂਡਰਡ ਨੂੰ ਇਸ ਪ੍ਰਤੀ ਸੁਚੇਤ ਕਰਦੇ ਆ ਤੇ ਉਹ ਦੂਸਰੇ ਲੋਕਾਂ ਨੂੰ ਦੂਸਰਿਆਂ ਦਾ ਭਲਾ ਹੋ ਜਾਂਦਾ। ਹਾਂ, ਦੂਸਰਿਆਂ ਦਾ ਭਲਾ ਜ਼ਰੂਰੀ ਗੱਲ ਹੈਗੀ ਆ। ਅਸੀਂ ਇਹ ਕਹਿੰਦੇ ਆ ਸਾਡੇ ਕਿਹੜੇ ਪੈਸੇ ਹੁਣ ਮੁੜਨੇ ਆ, ਸਾਨੂੰ ਕੀ ਫਾਇਦਾ? ਨਹੀਂ, ਸਾਨੂੰ ਫਾਇਦਾ ਸ਼ਾਇਦ ਨਾ ਹੋਵੇ, ਪਰ ਅਸੀਂ ਕਿਸੇ ਹੋਰ ਦਾ ਨੁਕਸਾਨ ਹੋਣ ਤੋਂ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ। ਹਾਂਜੀ। ਦੂਸਰੀ ਗੱਲ ਜਿਹੜੀ ਆਪਾਂ ਭਗਵੰਤ ਜੀ ਕਰਦੇ ਸੀ ਕਿ ਅਕਸਰ ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਦੋਸਤਾਂ ਮਿੱਤਰਾਂ 'ਚ ਇਹ ਹੁੰਦਾ ਕਿ ਜਦੋਂ ਅਸੀਂ ਕਿਸੇ ਨੂੰ ਪੁੱਛ ਦੱਸ ਪਾਉਂਦੇ ਆ ਵੀ ਤੂੰ ਫਲਾਣੇ ਥਾਂ ਤੋਂ ਦਵਾ ਲਿਆ ਜਾਂ ਫਲਾਣੇ ਥਾਂ ਤੋਂ ਫਲਾਣੀ ਚੀਜ਼ ਲੈ ਲਾ, ਤੇ ਸਾਨੂੰ ਵੀ ਉਹਦੇ ਬਾਰੇ ਸੁਣੀ ਸੁਣਾਈ ਜਾਣਕਾਰੀ ਹੁੰਦੀ ਆ। ਸਾਡੀ ਆਪਣੀ ਜਾਣਕਾਰੀ ਵੀ ਬਹੁਤ ਜਿਹੜੀ ਆ ਉਹ ਸੀਮਤ ਹੁੰਦੀ ਆ। ਅਸੀਂ ਸੁਣੀ, ਮੈਂ ਤੁਹਾਡੇ ਕੋਲੋਂ ਸੁਣਿਆ ਤਾਂ ਗਾਹਾਂ ਕਿਸੇ ਨੂੰ ਨੁਸਖਾ ਦੇ ਦਿੱਤਾ, ਉਹਨਾਂ ਨੇ ਸੁਣਿਆ ਮੇਰੇ ਕੋਲੋਂ ਤਾਂ ਕਿਸੇ ਹੋਰ ਨੂੰ ਜਾ ਕੇ ਜਿਹੜਾ ਨੁਸਖਾ ਦੇ ਦਿੱਤਾ, ਪੱਕਾ ਪਤਾ ਨਹੀਂ ਹੁੰਦਾ ਕੀ ਹੈਗਾ। ਹਾਂ, ਸੋ ਜਿਹੜਾ ਵੀ ਬੰਦਾ ਤੁਹਾਨੂੰ ਕੋਈ ਜਾਣਕਾਰੀ ਦਿੰਦਾ, ਤੁਸੀਂ ਥੋੜ੍ਹੀ ਜਿਹੀ ਉਹਦੇ ਤੋਂ ਛਾਣਬੀਣ ਕਰੋ ਵੀ ਤੁਹਾਨੂੰ ਜਿਹੜੀ ਜਾਣਕਾਰੀ ਉਹ ਦੇ ਰਿਹਾ ਉਹਦੀ ਜਾਣਕਾਰੀ ਕਿੰਨੀ ਕੁ ਵਧੀਆ ਹੈਗੀ ਆ। ਜੇ ਉਹਨਾਂ ਦੀ ਜਾਣਕਾਰੀ ਵਧੀਆ ਨਹੀਂ ਹੈਗੀ ਤੇ ਇਹਦਾ ਮਤਲਬ ਇਹ ਹੈਗਾ ਕਿ ਤੁਹਾਡੀ ਵੀ ਕਿਤੇ ਨਾ ਕਿਤੇ ਉਹ ਲੁੱਟ ਖਸੁੱਟ ਹੋ ਸਕਦੀ ਹੈਗੀ ਆ। ਇੱਕ ਜਿਹੜੀ ਇਹਦੇ ਰੈਗੂਲੇਸ਼ਨਸ ਦੇ ਵਿੱਚ ਗੱਲ ਆਉਂਦੀ ਹੈਗੀ ਆ, ਉਹ ਇਹ ਆ ਭਗਵੰਤ ਜੀ ਕਿ ਕੋਈ ਬੰਦਾ ਤੁਹਾਨੂੰ ਆਪਣੀ ਵਿੰਡੋ ਦੇ ਵਿੱਚ ਲਿਖ ਕੇ ਲਾਉਂਦਾ ਵੀ ਮੈਂ ਟੈਲੀਵਿਜ਼ਨ 300 ਦਾ ਵੇਚਦਾ। ਜਿੱਦਾਂ ਆਮ ਕਾਫੀ ਚੱਲਦਾ ਹੈ, ਕਾਫੀ ਚੱਲਦਾ, ਕਾਰਾਂ ਦੇ ਪਿੱਛੇ ਵੀ ਲਿਖਿਆ ਹੁੰਦਾ, ਕਾਰਾਂ ਦੇ ਪਿੱਛੇ ਵੀ ਲਿਖਿਆ ਹੁੰਦਾ। ਉਹ ਕਹਿੰਦੇ ਵੀ ਅਗਰ ਤੁਸੀਂ ਜਾਂਦੇ ਆ ਤੇ ਉਹ ਬੰਦਾ ਤੁਹਾਨੂੰ ਕਹਿੰਦਾ ਨਹੀਂ ਜੀ ਮੇਰੇ ਕੋਲ ਤਾਂ ਉਹ ਹੈ ਨਹੀਂਗਾ, ਤੇ ਉਹ ਵੀ ਉਹਦੀ ਉਲੰਘਣਾ ਕਰ ਰਿਹਾ। ਉਹ ਬੰਦੇ ਦਾ, ਇਹ ਦੁਕਾਨਦਾਰ ਦਾ ਇਹ ਫਰਜ਼ ਆ ਕਿ ਅਗਰ ਉਹਨੇ ਮਸ਼ਹੂਰੀ ਕਰਨੀ ਆ ਵੀ ਮੈਂ ਜਿਹੜੀ ਆ 500 ਦੀ ਚੀਜ਼ ਜਾਂ 300 ਦੀ ਵੇਚਦਾ, ਤਾਂ ਉਹਦੇ ਕੋਲ ਹੋਣੀ ਵੀ ਚਾਹੀਦੀ ਆ। ਅੱਛਾ, ਇਹ ਬਹੁਤ ਸਾਡੇ ਘੱਟ ਭੈਣ ਭਰਾ ਜਿਹੜੇ ਹੋਣਗੇ ਸ਼ਾਇਦ ਇਸ ਬਾਰੇ ਹੋਣਗੇ। ਇਹ ਤਾਂ ਮੈਨੂੰ ਆਪ ਮਤਲਬ ਕਿ ਅਸੀਂ ਤਾਂ ਸੋਚਦਾ ਕਿ ਜੋ ਚੀਜ਼ ਕਿਸੇ ਨੇ ਐਡਵਰਟਾਈਜ਼ ਕੀਤੀ ਹੈ, ਫਿਰ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਬੰਦਾ ਐਡਵਰਟਾਈਜ਼ ਕਰਦਾ ਪਿਆ ਵੀ ਮੈਂ ਇੰਨੇ ਦੀ ਵੇਚ ਰਿਹਾ ਜਾਂ ਆਹ ਚੀਜ਼ ਮੇਰੇ ਕੋਲ ਹੈਗੀ ਆ। ਹਾਂਜੀ। ਸੋ ਇਹ ਜੇ ਉਹਦੀ ਕੋਈ ਉਹ ਚੀਜ਼ ਵਿਕ ਗਈ, ਹਾਂਜੀ, ਫਿਰ ਉਹਦਾ ਕਸੂਰ ਤਾਂ ਨਹੀਂ ਨਾ ਹੋਇਆ ਜਾਂ ਕੀ ਹੈਗਾ? ਕਸੂਰ ਨਹੀਂ ਹੋਇਆ, ਫਿਰ ਉਹ ਆਪਣਾ ਜਿਹੜਾ ਵਿੰਡੋ ਦੇ ਵਿੱਚ ਲਾ ਆ ਉਹ ਲਾ ਲਵੇ ਜਿੰਨੀ ਛੇਤੀ ਹੁੰਦਾ। ਇਹ ਪੁਆਇੰਟ ਹੈਗਾ ਕਿ ਉਹ ਲਾਵੇ ਜਿੰਨੀ ਛੇਤੀ ਹੁੰਦਾ। ਉਹਦੇ ਵਿੱਚ ਉਹ ਇਹ ਸਮਝਦੇ ਆ ਵੀ ਬਹੁਤ ਸਾਰੇ ਲੋਕੀ ਜਿਹੜੇ ਹੈਗੇ ਆ ਉਹ ਇਸ ਕਰਕੇ ਵਿੰਡੋਆਂ ਦੇ ਵਿੱਚ ਇਹ ਲਾ ਦਿੰਦੇ ਆ ਕਿ ਉਹ ਬੰਦਾ ਗਾਹਕ ਜਿਹੜਾ ਹੈਗਾ ਆ ਉਹ ਤੁਹਾਡੀ ਦੁਕਾਨ ਦੇ ਵਿੱਚ ਜਾਂ ਤੁਹਾਡੇ ਬਿਜ਼ਨਸ ਵਿੱਚ ਆਵੇ, ਉਹਨੂੰ ਉਹ ਚੀਜ਼ ਤਾਂ ਮਿਲਦੀ ਨਹੀਂ, ਕਰਕੇ ਉਹਨੂੰ ਪਤਾ ਆ ਕਿ ਇੱਕ ਟੈਲੀਵਿਜ਼ਨ ਤੁਸੀਂ 300 ਦਾ ਵੇਚ ਦਿੱਤਾ ਕਿਸੇ ਨੂੰ, ਤੁਹਾਡੇ ਕੋਲ 100 ਬੰਦਾ ਉਹ ਟੈਲੀਵਿਜ਼ਨ ਇਨਕੁਆਇਰੀ ਕਰਨ ਆਇਆ, ਉਹਨੇ ਕਿਹਾ ਯਾਰ ਚੱਲ 300 ਦਾ ਤਾਂ ਹੈ ਨਹੀਂ, 400 ਵਾਲਾ ਹੈਗਾ, ਇਹ ਲੈ ਜੰਨੇ ਆ। ਉਹਨੂੰ ਉਹ ਕਹਿੰਦੇ ਆ ਵੀ ਬੇਟ, ਕੁੰਡੀ ਲਾਉਣੀ ਕਿ ਕਿਸੇ ਬੰਦੇ ਨੂੰ ਉਕਸਾ ਕੇ। ਹੁਣ ਸਾਡੇ ਸ਼ਾਇਦ ਇਹ ਬਹੁਤੇ ਬੰਦਿਆਂ ਨੂੰ ਗੱਲ ਚੰਗੀ ਨਾ ਲੱਗੇ, ਪਰ ਆਮ ਤੁਸੀਂ ਦੇਖੋਗੇ ਕਿ ਜਿਹੜੇ ਸਾਡੇ ਟਰੈਵਲ ਏਜੰਟ ਹੈਗੇ ਆ, ਉਹਨਾਂ ਨੇ ਟਿਕਟ ਲਾਈ ਹੁੰਦੀ ਹੈ ਵੀ ਜੀ ਤੁਸੀਂ ਦਿੱਲੀ ਨੂੰ ਜਾਣਾ ਤਾਂ 295 ਪਾਉਂਡਾਂ ਦੀ ਤੁਹਾਨੂੰ ਜਿਹੜੀ ਟਿਕਟ ਆ। ਬਿਲਕੁਲ, ਅਸੀਂ ਵੀ, ਮੈਂ ਵੀ ਇੱਕ ਵਾਰ ਗਿਆ ਸੀ। ਸੱਚਾਈ ਇਜ਼ ਵੈਰੀ ਟਰੂ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਜਿਹੜੇ ਸਾਡੇ ਦੁਕਾਨਦਾਰ ਭੈਣ ਭਰਾ ਹੈਗੇ ਆ, ਉਹਨਾਂ ਨੂੰ ਵੀ ਇਹ ਹੈਗਾ ਕਿ ਤੁਸੀਂ ਜਿਹੜੀ ਗਲਤ ਜਾਣਕਾਰੀ ਉਹ ਤੁਸੀਂ ਨਾ ਦਿਓ। ਇਹ ਠੀਕ ਹੈ ਕਿ ਇਹਨੂੰ ਥੋੜ੍ਹਾ ਪ੍ਰੂਵ ਕਰਨਾ ਔਖਾ ਹੋਵੇ, ਪਰ ਤੁਸੀਂ ਜਿਹੜਾ ਹੈਗਾ ਕਿਸੇ ਵੇਲੇ ਅਗਰ ਤੁਹਾਡੀਆਂ ਕੰਪਲੇਂਟਸ ਜ਼ਿਆਦੀਆਂ ਹੁੰਦੀਆਂ ਤਾਂ ਤੁਸੀਂ ਵੀ ਜਿਹੜਾ ਹੈਗਾ ਉਹ ਇਹਨਾਂ ਰੈਗੂਲੇਸ਼ਨ ਦੇ ਅਗੇਂਸਟ ਭੁਗਤਦੇ ਆ। ਮਤਲਬ ਕਿ ਜਿਹੜੇ ਸਾਡੇ ਦੇਸੀ ਭੈਣ ਭਾਈ ਨੇ, ਸਾਡੇ ਦੁਕਾਨਦਾਰ ਨੇ, ਹਾਂਜੀ, ਤੇ ਉਹਨਾਂ ਲਈ ਖਾਸ ਕਰਕੇ ਕਿ ਉਹਨਾਂ ਨੂੰ ਜਿੱਦਾਂ ਕਈ ਵਾਰ ਮੈਂ ਦੇਖਿਆ ਵੀ ਲੋਕਾਂ ਦੀ 1.5 2 ਸਾਲ ਪੁਰਾਣੀਆਂ ਐਡਵਰਟਾਈਜ਼ਮੈਂਟ ਲੱਗੀਆਂ ਰਹਿੰਦੀਆਂ ਦਰਵਾਜ਼ੇ ਦੇ ਉੱਤੇ। ਹਾਂਜੀ। ਤੇ ਜਦੋਂ ਕਿ ਉਹ ਚੀਜ਼ ਮੁੱਕੀ ਹੁੰਦੀ ਹੈ ਤਾਂ ਆਮ ਆਪਣੇ ਨਾਲ ਐਕਸਪੀਰੀਅੰਸ ਹੀ ਹੁੰਦਾ, ਖਾਸ ਕਰਕੇ ਜਿਹੜੀ ਗਰੋਸਰੀ ਸ਼ਾਪਸ ਹੈਗੀਆਂ ਇਹਨਾਂ ਦੇ ਉੱਤੇ, ਜਾਂ ਜਿਵੇਂ ਤੁਸੀਂ ਦੱਸਿਆ ਜਿਹੜਾ ਟਰੈਵਲ ਏਜੰਟਸ ਨੇ ਉਹਨਾਂ ਦੇ ਬਹੁਤਿਆਂ ਦੇ ਅੰਦਰ ਲੱਗੀਆਂ ਹੁੰਦੀਆਂ, ਤੇ ਹੋ ਸਕਦਾ ਉਹਦੇ ਵਿੱਚ ਕੋਈ ਪੁਆਇੰਟ
ਹੋਵੇ ਉਹਨਾਂ ਕੋਲ ਕਿ ਜਿਹੜਾ ਲਿਖ ਦਿੰਦੇ ਵੀ 350 395 ਦੀ ਰਿਟਰਨ ਟਿਕਟ ਟੂ ਦਿੱਲੀ ਜਾਂ 295 ਦੀ ਵੀ ਲਾਈਆਂ ਹੁੰਦੀਆਂ ਕਈਆਂ। ਹਾਂਜੀ ਹਾਂ। ਤੇ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਅਸੀਂ ਆਪਣੇ ਜਿਹੜੇ ਸਾਡੇ ਵੀਰ ਖਰੀਦਦਾਰ ਨੇ, ਹਾਂਜੀ ਕੰਜ਼ਿਊਮਰ ਨੇ ਜਿਹੜੇ, ਉਹਨਾਂ ਨੂੰ ਵੀ ਹੈ ਤੇ ਜਿਹੜੇ ਸਾਡੇ ਵੀਰ ਜਿਹੜੇ ਦੁਕਾਨਾਂ ਚਲਾਉਂਦੇ ਨੇ ਉਹਨਾਂ ਲਈ ਵੀ ਹੈ ਕਿ ਆਪਣਾ ਜਿਹੜਾ ਉਹਨਾਂ ਦਾ ਮੋਰਲ ਡਿਊਟੀ ਬਣਦੀ ਆ ਕਿ ਉਸ ਨੂੰ ਜਿੰਨੀ ਛੇਤੀ ਹੋਵੇ ਉਹਨੂੰ ਲਾਉਣਾ ਚਾਹੀਦਾ ਆ। ਹਾਂਜੀ ਭਗਵੰਤ ਜੀ, ਤੁਸੀਂ ਕਿਸੇ ਵੇਲੇ ਨੋਟ ਕਰੋਗੇ ਕਈ ਵਾਰੀ ਕਈ ਸ਼ੋਪਾਂ ਹੁੰਦੀਆਂ ਉਹਨਾਂ ਦੇ 6 ਮਹੀਨੇ ਉਹ ਪੋਸਟਰ ਲੱਗਾ ਰਹਿੰਦਾ ਕਿ 295 ਵਾਲੀ ਸਹੀ ਗੱਲ ਆ, ਟਿਕਟ ਹੈਗੀ ਆ, ਔਰ ਜਦੋਂ ਤੁਸੀਂ ਜਾਓ ਤਾਂ ਪਤਾ ਕਰੋ ਉਹ ਕਦੇ ਵੀ ਨਹੀਂ ਹੁੰਦੀ। 99% ਟਾਈਮ ਹੁੰਦੀ ਨਹੀਂ ਉਹਨਾਂ ਕੋਲ, ਹੁੰਦੀ ਨਹੀਂ ਹੈਗੀ। ਹਾਂਜੀ, ਅਗਰ ਉਹਨਾਂ ਕੋਲ ਨਹੀਂ ਹੈਗੀ ਤਾਂ ਉਹਨਾਂ ਨੂੰ ਉਹ ਜਿਹੜਾ ਪੋਸਟਰ ਆ ਉਹ ਲਾਣਾ ਚਾਹੀਦਾ, ਅਦਰਵਾਈਜ਼ ਉਹ ਇਲੀਗਲ ਹੈਗਾ ਆ, ਗੈਰ ਕਾਨੂੰਨੀ ਆ। ਬਿਲਕੁਲ ਹਾਂਜੀ। ਅੱਛਾ, ਅਗਰ ਕੋਈ ਬੰਦਾ ਇਹ ਵੀ ਕਰਦਾ, ਜਿਹੜਾ ਦੁਕਾਨਦਾਰ ਆ ਜਾਂ ਬਿਜ਼ਨਸਮੈਨ ਆ ਜਾਂ ਬਿਜ਼ਨਸ ਵੂਮਨ ਆ, ਬਿਜ਼ਨਸ ਪਰਸਨ ਆ, ਅਗਰ ਉਹ ਕਹਿੰਦਾ ਵੀ ਮੈਂ ਆ ਟੈਲੀਵਿਜ਼ਨ ਇਹ 300 ਦਾ ਵੇਚਦਾ, ਉਹਨੇ ਇਹ ਲਿਖ ਕੇ ਲਾਇਆ, ਪਰ ਜਦੋਂ ਤੁਸੀਂ ਜਾਂਦੇ ਹੋ ਤੁਸੀਂ ਕਹਿੰਦੇ ਵੀ ਯਾਰ ਮੈਨੂੰ 300 ਵਾਲਾ ਟੈਲੀ ਦੇ ਦੇ, ਉਹ ਕਹਿੰਦਾ ਜੀ ਆ ਟੈਲੀਵਿਜ਼ਨ ਤਾਂ ਹੈਗਾ ਪਰ ਇਹ ਖਰਾਬ ਆ ਥੋੜ੍ਹਾ ਜਿਹਾ, ਇਹ ਚੱਲਦਾ ਨਹੀਂ, ਇਸ ਕਰਕੇ ਮੈਂ ਸਸਤਾ ਲਾਇਆ। ਤੇ ਐਡਵਰਟਾਈਜ਼ਮੈਂਟ ਦੇ ਵਿੱਚ ਜਿੱਥੇ ਬਾਹਰ ਜਿੱਥੇ ਲਿਖ ਕੇ ਲਾਇਆ ਉੱਥੇ ਨਹੀਂ ਲਿਖਿਆ ਵੀ ਮੇਰੀ ਇਹ ਜਿਹੜਾ ਟੈਲੀਵਿਜ਼ਨ ਆ ਇਹਦੇ ਵਿੱਚ ਕੋਈ ਨੁਕਸ ਆ। ਜਿਹੜੇ ਤੁਸੀਂ ਵੱਡੇ ਸਟੋਰ ਦੇਖੋਗੇ ਉਹਨਾਂ ਦੇ ਵਿੱਚ ਕਈ ਵਾਰੀ ਉਹਨਾਂ ਨੇ ਕਾਫੀ ਡਿਸਕਾਊਂਟਡ ਕਰਕੇ ਕੋਈ ਫ੍ਰਿਜ, ਕੋਈ ਟੈਲੀਵਿਜ਼ਨ, ਕੋਈ ਵਾਸ਼ਿੰਗ ਮਸ਼ੀਨ, ਕੋਈ ਕੁੱਕਰ ਜਾਂ ਕੁਝ ਵੀ ਲਾਇਆ ਹੁੰਦਾ, ਸ਼ੌਪ ਸੋਇਲਡ ਜਾਂ ਨਕੀਰ ਵੱਜੀ ਆ, ਚਿਪ ਪਿਆ ਹੈ। ਹਾਂਜੀ, ਜਾਂ ਉਹ ਕਈ ਵਾਰੀ ਕਹਿੰਦੇ ਨੇ ਐਕਸ ਡਿਸਪਲੇ ਆ ਕਿ ਇਹ ਦਿਖਾਉਣ ਦੇ ਲਈ ਰੱਖਿਆ ਸੀਗਾ, ਇਹਦਾ ਕੋਈ ਸਕਰੂ ਲੂਜ਼ ਆ ਜਾਂ ਇਹਦੇ ਨਾਲ ਇੰਸਟਰਕਸ਼ਨ ਬੁੱਕ ਨਹੀਂ ਹੈਗੀ। ਸੋ ਅਗਰ ਤੁਸੀਂ ਕੁਛ ਇੱਦਾਂ ਦਾ ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਉਹ ਐਕਸਪਲੇਨ ਕਰਨਾ ਪਊਗਾ ਕਿ ਹਾਂ ਅਸੀਂ ਇਹ ਜਿਹੜੀ ਰਿਡਕਸ਼ਨ ਆ ਸਸਤੀ ਦੇ ਰਹੇ ਆ, ਇਹਦਾ ਕੀ ਕਾਰਨ ਹੈਗਾ। ਇੱਕ ਜਿਹੜਾ ਹੈਗਾ, ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਹੈਗੇ ਆ, ਮੈਂ ਜਿਸ ਸ਼ਹਿਰ ਤੋਂ ਆਉਣਾ ਉਸ ਸ਼ਹਿਰ ਦੇ ਵਿੱਚ ਇੱਕ ਕੱਪੜੇ ਦੀ ਸ਼ਾਪ ਹੈਗੀ ਆ ਜਿਹਦੇ ਤੇ ਪਿਛਲੇ 2 ਸਾਲ ਤੋਂ ਲੱਗਾ ਹੈ ਕਲੋਜ਼ਿੰਗ ਡਾਊਨ ਸੇਲ। ਅੱਛਾ, ਇਹ ਟ੍ਰਿਕ ਤਾਂ ਬਹੁਤ ਆਮ ਚੱਲਦੀ ਹੈ। ਇਹ ਤਾਂ ਵੱਡੀਆਂ ਦੁਕਾਨਾਂ ਵਾਲੇ ਵੀ ਕਰਦੇ ਨੇ, ਜਿਹੜੇ ਕਾਫੀ ਵੱਡੀਆਂ ਜਿਹੜੀਆਂ ਹਾਂਜੀ ਫੇਮਸ ਵਰਲਡ ਫੇਮਸ ਦੁਕਾਨਾਂ ਉਹ ਵੀ ਕਰਦੀਆਂ ਇਸ ਤਰ੍ਹਾਂ। ਉਹ ਕਲੋਜ਼ਿੰਗ ਡਾਊਨ ਹੈਗਾ ਤਾਂ ਉਹਦਾ ਇਹ ਨਹੀਂ ਹੈਗਾ ਕਿ ਵੀ ਤੁਸੀਂ ਉਹਦੇ ਤੇ 2 ਸਾਲ ਇਹੀ ਲਾਈ ਰੱਖੋਗੇ ਇਹ ਕਲੋਜ਼ਿੰਗ ਡਾਊਨ ਸੇਲ ਆ। ਸੋ ਉਹਦੇ ਤੇ ਤੁਹਾਨੂੰ ਇਹ ਵੀ ਧਿਆਨ ਰੱਖਣਾ ਪਊਗਾ ਕਿ ਕਿੰਨੇ ਚਿਰ ਦੇ ਵਿੱਚ ਇਹ ਜਿਹੜੀ ਬਿਜ਼ਨਸ ਆ ਉਹ ਤੁਸੀਂ ਕਲੋਜ਼ ਕਰਨਾ। ਉਹਨਾਂ ਦਾ ਮਤਲਬ ਸਿਰਫ ਇਹ ਆ, ਰੈਗੂਲੇਸ਼ਨ ਦਾ ਮਤਲਬ ਇਹ ਆ ਕਿ ਤੁਸੀਂ ਗਾਹਕ ਨੂੰ ਇਸ ਕਰਕੇ ਨਾ ਖਿੱਚੋ ਕਿ ਜਦੋਂ ਤੁਸੀਂ ਅੰਦਰ ਜਾਓਗੇ ਤਾਂ ਤੁਹਾਨੂੰ ਉੱਥੇ ਕੁਛ ਨਾ ਮਿਲੇ, ਉੱਥੇ ਬੰਦ ਹੋਣ ਵਾਲਾ ਕੋਈ ਨਾਂ ਨਿਸ਼ਾਨ ਨਾ ਹੋਵੇ। ਬਿਜ਼ਨਸ ਕਲੋਜ਼ ਡਾਊਨ ਹੁੰਦੇ ਆ, ਪਰ ਜਦੋਂ ਤੁਸੀਂ ਜਿਹੜੇ ਬਿਜ਼ਨਸ ਕਲੋਜ਼ ਡਾਊਨ ਹੁੰਦੇ ਆ ਉੱਥੇ ਤੁਸੀਂ ਜਾਂਦੇ ਆ ਤਾਂ ਉਹਨਾਂ ਦੀਆਂ ਅੱਧੀਆਂ ਸ਼ੈਲਫਾਂ ਖਾਲੀ ਹੁੰਦੀਆਂ ਕਰਕੇ ਉਹ ਸਟਾਕ ਜਿਹੜਾ ਹੈਗਾ ਉਹ ਉਹਨਾਂ ਨੇ ਹੋਰ ਨਹੀਂ ਪਾਇਆ ਹੁੰਦਾ। ਪਤਾ ਲੱਗਦਾ ਕਿ ਦੁਕਾਨ ਬੰਦ ਹੋ ਰਹੀ ਤਾਂ ਕਿ ਜੈਨੂਇਨ ਹੈਗਾ। ਪਰ ਜੇ ਸਾਰੀ ਤੁਹਾਡੀ ਦੁਕਾਨ ਭਰੀ ਪਈ ਆ ਤੇ ਸ਼ੈਲਫਾਂ ਨਵੀਆਂ ਲੱਗ ਰਹੀਆਂ, ਲਾਈਟਾਂ ਨਵੀਆਂ ਲੱਗ ਰਹੀਆਂ, ਕਾਰਪੇਟ ਨਵਾਂ ਪੈ ਰਿਹਾ, ਤੇ ਇਹਦਾ ਮਤਲਬ ਇਹ ਆ ਕਿ ਉਹ ਜਿਹੜੀ ਤੁਹਾਨੂੰ ਜਾਣਕਾਰੀ ਬਾਹਰ ਦਿੱਤੀ ਗਈ ਆ ਵਿੰਡੋ ਦੇ ਵਿੱਚ ਉਹ ਗਲਤ ਹੈਗੀ ਆ, ਉਹ ਗਲਤ ਆ। ਅਗਰ ਉਹਨਾਂ ਦੀ ਰਿਪੋਰਟਿੰਗ ਹੁੰਦੀ ਆ ਤੇ ਉਹ ਜਿਹੜੀ ਹੈਗੀ ਆ ਉਹ ਇਸ ਰੈਗੂਲੇਸ਼ਨਸ ਦੇ ਅਗੇਂਸਟ ਜਿਹੜੀ ਉਹ ਗੱਲ ਜਾਂਦੀ ਹੈਗੀ। ਇਹਦੇ ਵਿੱਚ ਨਵੀਂ ਉਹਨਾਂ ਨੇ ਕਈ ਵਾਰ, ਚਲੋ ਆਪਾਂ ਨੂੰ ਪਤਾ ਵੀ ਉਹਨਾਂ ਨੇ ਕਈ ਵਾਰ ਇਹਨਾਂ ਨੇ ਲਾਇਆ ਹੁੰਦਾ ਕਲੋਜ਼ਿੰਗ ਡਾਊਨ, ਜਾਂ ਕਈ ਵਾਰ ਰੀਫਰਬਿਸ਼ਮੈਂਟ ਦਾ ਵੀ ਲਾਇਆ ਹੁੰਦਾ ਉਹਨਾਂ ਨੇ। ਹਾਂਜੀ, ਉਹ ਰੀਫਰਬਿਸ਼ਮੈਂਟ ਬਿਲਕੁਲ ਅਲੱਗ ਆ ਇਸ ਤਰ੍ਹਾਂ ਦਾ। ਠੀਕ, ਉਹ ਤੁਹਾਡਾ ਰੀਫਰਬਿਸ਼ਮੈਂਟ ਆ। ਸੋ ਮੇਰੇ ਕਹਿਣ ਜਿਹੜੀ ਉਹ ਇਹ ਗੱਲ ਕਹਿੰਦੇ ਆ, ਉਹ ਕਹਿੰਦੇ ਵੀ ਤੁਸੀਂ ਉਹਨਾਂ ਗਾਹਕ ਨੂੰ ਜਿਹੜੀ ਆ ਉਹ ਜਾਣਕਾਰੀ ਝੂਠੀ ਦੇ ਰਹੇ ਆ। ਵੱਡੀ ਗੱਲ ਪੁਆਇੰਟ ਆ ਇਹ ਪੁਆਇੰਟ ਆ ਕਿ ਜਦੋਂ ਤੁਸੀਂ ਗਾਹਕ ਨੂੰ, ਜਿਹੜਾ ਗਾਹਕ ਤੁਹਾਡੇ ਕੋਲ ਆਇਆ, ਅਟਰੈਕਟ ਕੀਤਾ ਉਹਨੂੰ, ਜਿਵੇਂ ਪਹਿਲੇ 4 ਪੁਆਇੰਟਸ ਉਹਨਾਂ ਵਿੱਚ ਇੱਕ ਪੁਆਇੰਟ ਇਹ ਆ ਜਾਂਦਾ, ਉਹਨਾਂ ਦੇ ਵਿੱਚ ਇਹ ਆ ਜਾਂਦਾ ਕਿ ਜਿਹੜੀ ਤੁਸੀਂ ਜਾਣਕਾਰੀ ਗਾਹਕ ਨੂੰ ਦੇ ਰਹੇ ਆ ਉਹ ਜਾਣਕਾਰੀ ਤੁਹਾਡੀ ਮਤਲਬ ਕਿ ਇੱਕ ਦੀ ਉਹਨੂੰ ਜਿਹੜੀ ਚੀਜ਼ ਤੁਸੀਂ ਵੇਚਣ ਲਈ ਜ਼ੋਰ ਪਾਇਆ। ਹਾਂਜੀ ਹਾਂ। ਅੱਛਾ, ਇਹਦੇ ਵਿੱਚ ਇਹ ਜਿਹੜੀਆਂ ਅਸਲ ਦੇ ਵਿੱਚ ਗਾਈਡਲਾਈਨਸ ਹੋਈਆਂ ਸੀਗੀਆਂ, ਇਹਦੇ ਬਾਰੇ ਅਸੀਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਵੱਖਰਾ ਪ੍ਰੋਗਰਾਮ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ, ਸਾਡੇ ਦਰਸ਼ਕਾਂ ਨਾਲ ਸਾਂਝ ਪਾਵਾਂਗੇ। ਇਹ ਜਿਹੜੀਆਂ 2008 ਦੀਆਂ ਗਾਈਡਲਾਈਨਸ ਆਈਆਂ ਸੀਗੀਆਂ, ਡਾਇਰੈਕਟਿਵ ਆਇਆ ਸੀਗਾ, ਇਹ ਜਦੋਂ ਅਸੀਂ ਯੂਰਪ ਦਾ ਹਿੱਸੇ ਸੀ, ਜਿਹੜੀ ਯੂਰਪੀਅਨ ਯੂਨੀਅਨ ਸੀਗੀ ਉਹਨਾਂ ਨੇ 2005 ਦੇ ਵਿੱਚ ਇੱਕ ਡਾਇਰੈਕਟਿਵ ਇਸ਼ੂ ਕੀਤਾ ਸੀਗਾ, ਉਹਨੂੰ 2005/29 EC ਡਾਇਰੈਕਟਿਵ ਅਸੀਂ ਕਹਿੰਦੇ ਹਾਂ। ਉਹਦੇ ਅਧੀਨ ਉਹਨਾਂ ਨੇ ਕੀਤਾ ਸੀ ਕਿ ਅੱਜ ਕੱਲ੍ਹ ਸਮਾਂ ਇੱਦਾਂ ਦਾ ਆ ਗਿਆ ਕਿ ਤੁਸੀਂ ਜਿਹੜੀਆਂ ਇੰਟਰਨੈਟ 'ਤੇ ਅਸੀਂ ਚੀਜ਼ਾਂ ਲੈਂਦੇ ਹਾਂ, ਉਹ ਜਿਹੜੀ ਇੰਟਰਨੈਟ 'ਤੇ ਚੀਜ਼ ਵੇਚਣ ਵਾਲਾ ਆ ਉਹ ਬੰਦਾ ਜਰਮਨ 'ਚ ਬੈਠਾ, ਜਾਂ ਉਹ ਬੰਦਾ ਚਾਈਨਾ 'ਚ ਬੈਠਾ, ਜਾਂ ਉਹ ਬੰਦਾ ਫਰਾਂਸ ਵਿੱਚ ਬੈਠਾ, ਉਹ ਸਾਨੂੰ ਜਿਹੜੀ ਹੈਗੀ ਆ ਉਹ ਚੀਜ਼ ਇੱਥੇ ਦਿੰਦਾ।
ਸੋ ਉਦੋਂ ਜਿਹੜੀ ਯੂਰਪੀਅਨ ਯੂਨੀਅਨ ਸੀਗੀ ਉਹਨਾਂ ਦਾ ਮਤਲਬ ਇਹ ਸੀ ਕਿ ਅਕਰੋਸ ਯੂਰਪ ਜਿਹੜਾ ਹੈਗਾ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਆ ਉਹ ਸਾਰੇ ਮੁਲਕਾਂ ਦੇ ਵਿੱਚ ਉਹ ਇੱਕੋ ਜਿਹੀਆਂ ਹੋਣ। ਪਰ ਹੁਣ ਅਸੀਂ ਯੂਰਪ ਤੋਂ ਬਾਹਰ ਆ ਗਏ ਹਾਂ, ਇਹਦਾ ਕੀ ਇੰਪੈਕਟ ਪੈ ਰਿਹਾ ਇਹਦੇ ਬਾਰੇ ਅਸੀਂ ਮੇਰਾ ਖਿਆਲ ਉਹ ਅਲੱਗ ਵਿਸ਼ਾ ਹੈਗਾ, ਉਹ ਅਸੀਂ ਉਹਦੇ ਬਾਰੇ ਜਿਹੜੀ ਹੈਗੀ ਆ ਗੱਲ ਕਰਾਂਗੇ। ਉਹਦੇ ਵਿੱਚ ਇਹ ਇੱਕ ਧਾਰਾ ਆਉਂਦੀ ਸੀ ਕਿ ਅਗਰ ਕੋਈ ਬੰਦਾ ਜਬਰਨ ਬੈਠਾ ਆ, ਉਹਨੇ ਤੁਹਾਨੂੰ ਚੀਜ਼ ਵੇਚੀ ਆ ਜਦੋਂ, ਤਾਂ ਉਹ ਤੁਹਾਡੇ ਨਾਲ ਅੰਗਰੇਜ਼ੀ 'ਚ ਗੱਲ ਕਰ ਰਿਹਾ। ਉਹਨੇ ਕਿਹਾ ਜੀ ਤੁਸੀਂ ਮੇਰੇ ਕੋਲੋਂ ਆਹ ਜਿਹੜੀ ਹੈਗੀ ਆ ਫਰਿੱਜ ਲੈ ਲਓ, ਅਗਰ ਇਹਨੂੰ ਕੋਈ ਕੁਛ ਹੋਵੇ ਜਾਂ ਖ਼ਰਾਬ ਹੋਵੇ ਤਾਂ ਅਸੀਂ ਆਪਣਾ ਇੰਜੀਨੀਅਰ ਭੇਜਾਂਗੇ ਜਾਂ ਅਸੀਂ ਤੁਹਾਨੂੰ ਉੱਥੋਂ ਕਰਾਂਗੇ, ਤੁਹਾਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਸਾਰਾ ਕੁਛ ਐਕਸਪਲੇਨ ਕਰਾਂਗੇ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਆ। ਅੱਛਾ। ਪਰ ਮਗਰੋਂ ਨਹੀਂ ਤੁਹਾਡੀ ਫਰਿੱਜ ਖ਼ਰਾਬ ਹੋ ਗਈ, ਤੁਸੀਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਜਰਮਨ 'ਚ ਗੱਲ ਕਰ ਸਕਦੇ ਹਾਂ, ਅਸੀਂ ਅੰਗਰੇਜ਼ੀ 'ਚ ਨਹੀਂ ਗੱਲ ਕਰ ਸਕਦੇ। ਠੀਕ ਆ। ਸੋ ਉਹ ਵੀ ਜਿਹੜੀ ਗੱਲ ਸੀ, ਉਹ ਵੀ ਰਾਈਟ ਦਾ ਬਣਦਾ ਵੀ, ਹਾਂ ਉਹ ਵੀ ਰਾਈਟ ਬਣਦਾ ਸੀ ਵੀ ਜਿਸ ਭਾਸ਼ਾ ਦੇ ਵਿੱਚ ਤੁਹਾਨੂੰ ਪ੍ਰੋਮਿਸ ਕੀਤਾ ਗਿਆ ਵੀ ਉਹ ਤੁਹਾਨੂੰ ਸਰਵਿਸ ਦੇਣਗੇ, ਉਸ ਭਾਸ਼ਾ ਦੇ ਵਿੱਚ ਤੁਹਾਨੂੰ ਸਰਵਿਸ ਨਹੀਂ ਦਿੱਤੀ ਜਾਂਦੀ ਤਾਂ ਵੀ ਉਹ ਜਿਹੜਾ ਦੁਕਾਨਦਾਰ ਆ ਉਹਦਾ ਬਿਜ਼ਨਸ ਆ ਉਹ ਗਲਤ ਪਾਇਆ ਜਾਂਦਾ। ਉੱਥੇ ਤੁਹਾਡਾ ਜਿਹੜਾ ਕਾਨੂੰਨ ਆ ਉਹ ਤੁਹਾਡੀ ਰੱਖਿਆ ਕਰਦਾ। ਸੋ ਹੁਣ ਇਹ ਸਾਡੇ 'ਤੇ ਧਾਰਾ ਮੇਰੇ ਕੋਲ ਬਹੁਤੀ ਲਾਗੂ ਨਹੀਂ ਹੁੰਦੀ ਹੈਗੀ ਕਰਕੇ ਅਸੀਂ ਯੂਰਪ ਤੋਂ ਬਾਹਰ ਆ ਗਏ ਹਾਂ। ਇਹਦੇ ਬਾਰੇ ਅਸੀਂ ਫਿਰ ਜਿਹੜੀ ਤੁਹਾਡੇ ਨਾਲ ਕਿਸੇ ਗੱਲ ਜਿਹੜੀ ਹੈਗੀ ਉਹ ਕਰਾਂਗੇ। ਕਈ ਜਿਹੜੇ ਹੈਗੇ ਆ ਭਗਵੰਤ ਜੀ, ਕਾਨੂੰਨ ਸਾਨੂੰ ਕਈ ਹੱਕ ਦਿੰਦਾ, ਜਿਵੇਂ ਕਿ ਅਗਰ ਤੁਸੀਂ ਕੋਈ ਵੀ ਕੰਟਰੈਕਟ ਜਿਹੜਾ ਹੈਗਾ ਕਿਸੇ ਦੇ ਨਾਲ ਵੀ ਕੋਈ ਵੀ ਕੰਟਰੈਕਟ ਕਿਸੇ ਵੀ ਤਰ੍ਹਾਂ ਦਾ ਕਰਦੇ ਆ, ਮੰਨ ਲਓ ਤੁਸੀਂ ਐਕਸਟੈਂਸ਼ਨ ਕਰਵਾਉਣੀ ਆ, ਤੁਸੀਂ ਐਕਸਟੈਂਸ਼ਨ ਕਰਵਾਉਣ ਲਈ ਕਿਸੇ ਬਿਲਡਰ ਦੇ ਨਾਲ ਕਰ ਲਿਆ ਵੀ ਤੂੰ ਮੈਨੂੰ ਲੱਖ ਪਾਉਂਡ ਦਊਂਗਾ, ਤੂੰ ਮੇਰਾ ਘਰ ਜਿਹੜਾ ਹੈਗਾ ਉਹਦੀ ਆਹ ਜਿਹੜੀ ਚੀਜ਼ ਆ ਉਹ ਐਕਸਟੈਂਡ ਕਰਨੀ ਆ। ਉਹ ਤੁਹਾਡੇ ਕੋਲ 14 ਦਿਨ ਦਾ ਵਕਫਾ ਹੁੰਦਾ ਕਿ ਤੁਸੀਂ ਉਹਨਾਂ 14 ਦਿਨਾਂ ਦੇ ਵਿੱਚ ਆਪਣਾ ਜਿਹੜਾ ਮਾਈਂਡ ਆ ਉਹ ਚੇਂਜ ਕਰ ਸਕਦੇ ਹੋ, ਕੈਂਸਲ ਕਰ ਸਕਦੇ ਹੋ। ਉਹਨੂੰ ਕੂਲਿੰਗ ਆਫ ਪੀਰੀਅਡ ਇਹ ਕਹਿੰਦੇ ਆ। ਔਰ ਕਈ ਚੀਜ਼ਾਂ ਜਾਂ ਕਈ ਸਰਕਮਸਟੈਂਸਿਸ ਇੱਦਾਂ ਦੇ ਹੈਗੇ ਆ ਜਿੱਥੇ ਉਹ 14 ਦਿਨਾਂ ਦਾ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਹੁੰਦਾ। ਪਰ ਉਹ ਜਿੱਥੇ 14 ਦਿਨਾਂ ਵਾਲਾ ਨਹੀਂ ਹੁੰਦਾ, ਲਾਗੂ ਨਹੀਂ ਹੁੰਦਾ, ਉੱਥੇ ਉਸ ਬਿਜ਼ਨਸ ਦਾ ਇਹ ਫਰਜ਼ ਬਣਦਾ ਕਿ ਉਹ ਤੁਹਾਨੂੰ ਪਹਿਲੇ ਦਿਨ ਤੋਂ ਹੀ ਇਹ ਤੁਹਾਨੂੰ ਸਾਵਧਾਨ ਕਰੇ ਵੀ ਜਿਹੜੇ ਤੁਹਾਨੂੰ 14 ਦਿਨ ਦੀ ਕਾਨੂੰਨੀ ਸਹੂਲਤ ਆ ਉਹ ਇਹਦੇ 'ਤੇ ਲਾਗੂ ਨਹੀਂ ਹੁੰਦੀ। ਅਗਰ ਉਹਨੇ ਤੁਹਾਨੂੰ ਨਹੀਂ ਦੱਸਿਆ ਤੇ ਫਿਰ ਵੀ ਉਹ ਤੁਹਾਡੇ ਨਾਲ ਹੇਰਾਫੇਰੀ ਕਰ ਰਿਹਾ। ਸੋ ਅਗਰ ਉਹ ਜਿਵੇਂ ਇੱਦਾਂ ਦਾ ਜਾਂ ਇੱਦਾਂ ਹੀ ਹੋਰ ਬਹੁਤ ਸਾਰੇ ਜਿਹੜੇ ਅਧਿਕਾਰ ਹੈਗੇ ਆ, ਜਿੱਦਾਂ ਮੰਨ ਲਓ ਕੋਈ ਵੀ ਚੀਜ਼ ਸਾਡੀ ਮੈਨੂਫੈਕਚਰਿੰਗ ਹੈਗੀ ਆ, ਉਹਦੀ 1 ਸਾਲ ਦੀ ਗਰੰਟੀ ਆ, ਉਹ ਤੁਹਾਨੂੰ ਕਾਨੂੰਨ ਤੌਰ 'ਤੇ ਆਉਂਦੀ ਹੈਗੀ ਆ। ਸੋ ਉਹ ਵੀ ਤੁਸੀਂ ਜਿਹੜੀ ਹੈਗੀ ਆ ਅਗਰ ਉਹਦੀ ਉਹ ਉਲੰਘਣਾ ਕਰਦਾ ਦੁਕਾਨਦਾਰ ਜਾਂ ਬਿਜ਼ਨਸ ਕੋਈ ਉਲੰਘਣਾ ਕਰਦਾ ਤੇ ਉਹ ਇਹਨਾਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹ ਇਹਨਾਂ ਦੀ ਉਲੰਘਣਾ ਕਰ ਰਿਹਾ। ਸੋ ਇਹ ਸਾਡੇ ਜਿਹੜੇ ਭੈਣ ਭਰਾ ਹੈਗੇ ਆ, ਦਰਸ਼ਕ ਹੈਗੇ ਆ, ਉਹ ਇਹਨਾਂ ਗੱਲਾਂ ਦਾ ਅਗਰ ਧਿਆਨ ਰੱਖਣ ਤੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈਗੀ ਆ, ਮਤਲਬ ਕਿ ਖਾਸ ਕਰਕੇ ਮੇਰੇ ਖਿਆਲ ਆ ਵੀ ਜਿਹੜਾ ਕੋਈ ਜਿਸ ਤਰ੍ਹਾਂ ਬੜੀਆਂ ਆਰਗੇਨਾਈਜੇਸ਼ਨ ਚਲਾਉਂਦਾ ਤਾਂ ਹੈਗਾ, ਸਟੈਂਡਰਡ ਹੈਗਾ। ਹਾਂਜੀ। ਤੇ ਕਈ ਜਿਹੜੇ ਸਾਡੇ ਵੀਰ ਇੱਥੇ ਬਿਲਡਿੰਗ ਦਾ ਕੰਮ ਕਰਦੇ ਨੇ ਖਾਸ ਕਰਕੇ, ਹਾਂਜੀ, ਤੇ ਉਹਨਾਂ ਨਾਲੋਂ ਜੇ ਤੁਸੀਂ ਕੋਈ ਬਿਲਡਿੰਗ ਦਾ ਕੰਟਰੈਕਟ ਕੋਈ ਵੀ ਕਰਦੇ ਹੋ, ਹਾਂਜੀ, ਤੇ ਤੁਹਾਨੂੰ ਉਹ ਬਲੈਕ ਐਂਡ ਵਾਈਟ ਪੇਪਰ 'ਤੇ ਲਿਖਾ ਕੇ ਲੈਣਾ ਚਾਹੀਦਾ ਵੀ ਉਹ ਕੀ ਤੁਹਾਡੇ ਨਾਲ ਕਰ ਰਹੇ ਆ, ਕੀ ਨਹੀਂ ਕਰ ਰਹੇ। ਤੇ ਉਸ ਦਾ ਫਿਰ ਤੁਸੀਂ ਜੇ ਉਸ ਦਾ ਰਜਿਸਟਰ ਵੀ ਕਰਾਓਗੇ ਇਸ ਤਰ੍ਹਾਂ, ਹਾਂਜੀ, ਕਿ ਆਪਣੇ ਉਹ ਸੋਲਿਸਟਰ ਨੂੰ ਦੱਸੋ ਜਾਂ ਕਿਸੇ ਨੂੰ ਦੱਸੋ, ਫਿਰ ਤੁਹਾਡੇ ਉਹ ਰਾਈਟਸ ਸੇਫ ਰਹਿੰਦੇ ਆ। ਹਾਂਜੀ, ਹਾਂ, ਜੇ ਮਤਲਬ ਕਹਿਣਾ ਦਾ ਜੇ ਤੁਸੀਂ ਨਹੀਂ ਕਰਦੇ ਫਿਰ ਮੇਰੇ ਖਿਆਲ ਆ ਔਖਾ ਕਲੇਮ ਕਰਨਾ ਕੋਈ ਵੀ ਬਿਲਡਰ ਨਾਲ ਜਾਂ ਕਿਸੇ ਹੋਰ ਨਾਲ ਵੀ ਕਿਸੇ ਕਿਸਮ ਦਾ। ਹਾਂਜੀ ਹਾਂਜੀ ਭਗਵੰਤ ਜੀ, ਬਹੁਤ ਵਾਰੀ ਇਹ ਹੁੰਦਾ ਕਿ ਅਸੀਂ ਭੈਣ ਭਰਾ ਜਿਹੜੇ ਹੈਗੇ ਆ, ਅਸੀਂ ਕੁਛ ਪੈਸੇ ਬਚਾਉਣ ਦੇ ਲਈ ਜਿਹੜਾ ਹੈਗਾ ਉਹ ਕਹਿੰਦੇ ਚੱਲ ਤੂੰ VAT ਨਾ ਲਾਈ, ਤੂੰ ਇੱਦਾਂ ਨਾ ਕਰੀ। ਬਿਲਕੁਲ ਸਹੀ ਹੈ। ਹਾਂ, ਤੇ ਅਸੀਂ ਉਹ ਕਿਤੇ ਨਾ ਕਿਤੇ ਅਸੀਂ ਵੀ ਕਾਨੂੰਨ ਜਿਹੜਾ ਹੈਗਾ ਉਹ ਤੋੜਦੇ ਹਾਂ, ਤਾਂ ਉਹਦਾ ਫਿਰ ਸਾਨੂੰ ਕਈ ਵਾਰੀ ਖਮਿਆਜ਼ਾ ਵੀ ਭੁਗਤਣਾ ਪੈਂਦਾ। ਕਿ ਕਰਕੇ ਜਦੋਂ ਸਾਡੇ ਕੋਲ ਕੋਈ ਰਿਟਨ ਸਮਝੌਤਾ ਹੀ ਨਹੀਂ ਹੈਗਾ, ਕੋਈ ਲਿਖ ਲਿਖਾਈ ਨਹੀਂ ਹੈਗਾ, ਤੇ ਉਹਦਾ ਰਸੀਟ ਵਗੈਰਾ ਜ਼ਰੂਰ ਲਓ ਜਾਂ ਬਿਲਕੁਲ ਕੰਟਰੈਕਟ ਕੋਈ ਵੀ ਹੈਗਾ ਉਹਦੀ ਇਕੱਲੀ ਚੀਜ਼ ਲਿਖਣੀ ਚਾਹੀਦੀ ਹੈ। ਹਾਂਜੀ। ਸੋ ਅਗਰ ਉਹ ਜਿਹੜਾ ਬੰਦਾ ਹੈਗਾ ਉਹ ਤੁਹਾਡੇ ਨਾਲ ਕੋਈ ਪ੍ਰੋਮਿਸ ਕਰਦਾ ਕਿ ਉਹ ਆਹ ਗੱਲ ਕਰੂਗਾ ਤੇ ਉਹ ਗੱਲ ਨਹੀਂ ਹੁੰਦੀ, ਤੇ ਉਹਦਾ ਜਿਹੜੀ ਕੰਪਲੇਨ ਆ ਉਹ ਵੀ ਟ੍ਰੇਡਿੰਗ ਸਟੈਂਡਰਡ ਦੇ ਕੋਲ ਜਿਹੜੀ ਕੀਤੀ ਜਾ ਸਕਦੀ ਹੈਗੀ ਆ। ਇੱਕ ਇਹ ਵੀ ਹੁੰਦਾ ਕਿ ਕਈ ਬਿਜ਼ਨਸ ਇੱਦਾਂ ਦੇ ਵੀ ਹੁੰਦੇ ਆ ਕਿ ਉਹ ਅਖਬਾਰਾਂ ਦੇ ਵਿੱਚ ਕਿਸੇ ਬੰਦੇ ਨੂੰ ਪੈਸੇ ਦੇ ਕੇ ਉਹਦੀ ਮਸ਼ਹੂਰੀ ਤਾਂ ਕਰਵਾਉਣੀ ਹੁੰਦੀ ਆ, ਪਰ ਉਹਦੇ ਪ੍ਰਤੀ ਕੋਈ ਲੇਖ ਲਿਖਾਉਂਦੇ ਆ ਵੀ ਜੀ ਮੈਂ ਆਹ ਚੀਜ਼ ਵਰਤੀ ਸੀ, ਇਹ ਬਹੁਤ ਵਧੀਆ ਆ, ਉਹ ਇੱਦਾਂ ਆ ਠੀਕ ਆ। ਉਹਦੇ ਤੋਂ ਵੀ ਜਿਹੜਾ ਗਾਹਕ ਆ ਪ੍ਰਭਾਵਿਤ ਹੁੰਦਾ। ਔਰ ਅਗਰ ਉਹ ਜਿਹੜਾ ਬਿਜ਼ਨਸ ਹੈਗਾ ਉਹ ਤੁਹਾਨੂੰ ਦਿਖਾਲਦਾ, ਦੇਖੋ ਜੀ ਸਾਡੀ ਤਾਂ ਖਬਰ ਅਖਬਾਰ ਦੇ ਵਿੱਚ ਵੀ ਛਪੀ ਆ, ਉਸ ਥਾਂ 'ਤੇ ਵੀ ਜਿਹੜਾ ਦੁਕਾਨਦਾਰ ਆ ਜਾਂ ਬਿਜ਼ਨਸ ਆ ਉਹਦਾ ਇਹ ਦੱਸਣਾ ਉਹਦਾ ਇਹ ਡਿਊਟੀ ਆ
ਕਿ ਉਹਨੇ ਇਹ ਜਿਹੜੀ ਲਿਖਤ ਲਿਖਵਾਈ ਆ ਇਹ ਪੈਸੇ ਦੇ ਕੇ ਲਿਖਵਾਈ ਆ, ਉਹ ਬੰਦੇ ਨੇ ਇੰਡੀਪੈਂਡੈਂਟ ਲਿਖੀ ਆ। ਠੀਕ ਆ। ਜਿਵੇਂ ਮੰਨ ਲਓ ਤੁਸੀਂ ਕੋਈ ਜਿਹੜਾ ਹੈਗਾ ਰੈਸਟੋਰੈਂਟ ਆ, ਉੱਥੇ ਤੁਸੀਂ ਆਪਣੇ ਖਾਣੇ ਦੇ ਲਈ ਜਾਂ ਕੋਈ ਆਪਣੇ ਫੰਕਸ਼ਨ ਦੇ ਲਈ ਕੋਈ ਟੇਬਲ ਬੁੱਕ ਕਰ ਲਿਆ। ਉਹ ਤੁਸੀਂ ਟੇਬਲ ਇਸ ਕਰਕੇ ਬੁੱਕ ਕੀਤਾ ਕਿ ਤੁਸੀਂ ਕਿਸੇ ਅਖਬਾਰ ਦੇ ਵਿੱਚ ਜਾਂ ਕਿਸੇ ਮੈਗਜ਼ੀਨ ਦੇ ਵਿੱਚ ਉਹਦਾ ਰਿਵਿਊ ਪੜ੍ਹਿਆ ਸੀਗਾ ਕਿਸੇ ਕ੍ਰਿਟਿਕ ਦੇ ਵੱਲੋਂ ਵੀ ਜੀ ਇਹ ਰੈਸਟੋਰੈਂਟ ਸਾਫ਼ ਬਹੁਤ ਆ, ਇਸ ਰੈਸਟੋਰੈਂਟ ਦੇ ਵਿੱਚ ਸਰਵਿਸ ਬਹੁਤ ਵਧੀਆ ਆ, ਇਸ ਰੈਸਟੋਰੈਂਟ ਦੇ ਵਿੱਚ ਫਰੈਸ਼ ਫੂਡ ਜਿਹੜਾ ਆ ਉਹ ਮਿਲਦਾ। ਅਸਲ ਦੇ ਵਿੱਚ ਉਹ ਜਿਹੜਾ ਰੈਸਟੋਰੈਂਟ ਵਾਲਾ ਦਾ ਓਨਰ ਆ, ਉਹਨੇ ਕਿਸੇ ਨੂੰ ਪੈਸੇ ਦੇ ਕੇ ਗੱਲ ਲਿਖਵਾਈ ਆ। ਉਹ ਬੰਦੇ ਨੇ ਇੰਡੀਪੈਂਡੈਂਟ ਨਹੀਂ ਲਿਖੀ ਹੈਗੀ, ਪਰ ਉਹਨੇ ਉਹ ਪੈਸੇ ਦੇ ਕੇ ਲਿਖਵਾਈ ਆ। ਅਗਰ ਉਹ ਫਿਰ ਵੀ ਇਸ ਗੱਲ ਦੇ ਵਿੱਚ ਕਸੂਰਵਾਰ ਪਾਇਆ ਜਾਂਦਾ, ਇਹ ਗੱਲ ਸਾਬਤ ਹੋ ਜਾਂਦੀ ਆ ਕਿ ਉਹਨੇ ਤੁਸੀਂ ਜਿਹੜੀ ਉਹ ਰੈਸਟੋਰੈਂਟ ਦੀ ਬੁਕਿੰਗ ਕੀਤੀ ਆ ਉਹ ਇਸ ਬੇਸ 'ਤੇ ਕੀਤੀ ਆ ਕਰਕੇ ਤੁਸੀਂ ਉਹਦਾ ਰੈਫਰੈਂਸ ਕਿਤੇ ਪੜ੍ਹਿਆ, ਪਰ ਉਹ ਰੈਫਰੈਂਸ ਜਿਹੜਾ ਆ ਉਹ ਉਹਨੇ ਪੈਸੇ ਦੇ ਕੇ ਲਿਖਵਾਇਆ। ਜੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਰਿਵਿਊ ਜ਼ਿਆਦਾ ਕਰਵਾਉਂਦੇ ਆ। ਸੋ ਉਹਦੇ ਵਿੱਚ ਵੀ ਉਹ ਜਿਹੜਾ ਦੁਕਾਨਦਾਰ ਆ ਜਾਂ ਬਿਜ਼ਨਸ ਆ ਉਹ ਕਸੂਰਵਾਰ ਆ। ਔਰ ਤੁਸੀਂ ਪਰ ਇਹ ਤਾਂ ਪ੍ਰੋਬਲਮ ਇਸ ਟਾਈਮ ਮੈਂ ਪੇਪਰਾਂ 'ਚ ਵੀ ਆਈ ਸੀ ਅੱਗੇ, ਕਾਫੀ ਵੱਡੀ ਪ੍ਰੋਬਲਮ ਹੈਗੀ ਆ ਜੀ। ਲੋਕ ਰਿਵਿਊ ਆਪਣੇ ਪਾ ਰਹੇ ਆ ਕਾਰ ਨੇ ਜਾਂ ਆਪ ਨਵੇਂ ਫੋਨਾਂ ਤੋਂ ਨਵੇਂ ਜਗ੍ਹਾ ਤੋਂ ਰਿਵਿਊ ਆਪ ਪਾਉਂਦੇ ਨੇ ਆਪਣੀਆਂ ਚੀਜ਼ਾਂ ਦਾ, ਤੇ ਜਿਸ ਨਾਲ ਉਹਦੀ ਜਿਹੜੀ ਲਾਈਕਸ ਹੈਗੀ ਜ਼ਿਆਦਾ ਹੋ ਜਾਂਦੀਆਂ ਤੇ ਉਹਨਾਂ ਦਾ ਬਿਜ਼ਨਸ ਬਣਦਾ। ਤੇ ਜਦੋਂ ਕਿ ਉਹ ਸੱਚਾਈ ਨਹੀਂ ਹੈਗੀ, ਇਹ ਟੋਟਲੀ ਇਲੀਗਲ ਹੈਗਾ ਆ। ਬਿਲਕੁਲ, ਇਹ ਬਿਲਕੁਲ ਇਲੀਗਲ ਹੈਗਾ। ਅਗਰ ਇਹ ਸਾਬਤ ਹੋ ਜਾਂਦਾ ਤੇ ਅਗਰ ਤੁਸੀਂ ਟ੍ਰੇਡ ਸਟੈਂਡਰਡ ਨੂੰ ਇਹਦੇ ਬਾਰੇ ਕੰਪਲੇਨ ਕਰਦੇ ਆ ਤਾਂ ਸ਼ਾਇਦ ਉਹ ਇਹਦਾ ਕੋਈ ਜਿਹੜਾ ਥੋਹ ਪਤਾ ਪਾ ਕੇ ਤੇ ਤੁਹਾਡੀ ਜਿਹੜੀ ਉਹ ਹੈਲਪ ਕਰ ਸਕਣ। ਇੱਕ ਇਹ ਹੁੰਦੀ ਆ ਕਈ ਵਾਰੀ ਜਿਹੜੇ ਸੇਲਸਮੈਨ ਹੁੰਦੇ ਆ, ਸੇਲਸ ਪੀਪਲ ਹੁੰਦੇ ਆ, ਉਹ ਇਹ ਕਹਿੰਦੇ ਆ ਤੁਸੀਂ ਜੀ CCTV ਕੈਮਰਾ ਲਵਾ ਲਓ, ਇਸ ਏਰੀਆ ਦੇ ਵਿੱਚ ਚੋਰੀਆਂ ਬਹੁਤ ਹੋ ਰਹੀਆਂ। ਅੱਛਾ, ਆਪਣਾ CCTV ਵੇਚਣ ਲਈ ਜਾਂ ਚੋਰੀਆਂ ਹੁੰਦੀਆਂ ਹੋਣ ਜਾਂ ਨਾ ਹੁੰਦੀਆਂ ਹੋਣ। ਉਹ ਕਹਿੰਦੇ ਜੀ ਅਸੀਂ ਇਸ ਸਟਰੀਟ ਦੇ ਵਿੱਚ 10 ਲਾਏ ਆ। ਜਿਹੜੇ 3 ਘਰ ਸੀ ਉਹਨਾਂ ਦਾ ਤਾਂ ਸਾਰਾ ਸੋਨਾ ਵੀ ਲੁੱਟ ਕੇ ਲੈ ਗਏ, ਉਹਨਾਂ ਦੀਆਂ ਫਰਿੱਜਾਂ ਵੀ ਚੁੱਕ ਕੇ ਲੈ ਗਏ, ਉਹਨਾਂ ਦੀਆਂ ਕਾਰਾਂ ਵੀ ਚੋਰੀ ਕਰਕੇ ਲੈ ਗਏ। ਅਗਰ ਉਹ ਬੰਦਾ ਤੁਹਾਨੂੰ ਡਰਾ ਕੇ ਕੋਈ ਚੀਜ਼ ਵੇਚਦਾ, ਗਲਤ ਇਨਫੋਰਮੇਸ਼ਨ ਦੇ ਕੇ ਤੁਹਾਨੂੰ ਡਰਾ ਕੇ, ਕਿਉਂਕਿ ਤੁਹਾਡਾ ਫੈਸਲਾ ਹੁੰਦਾ ਵੀ ਯਾਰ ਜੇ ਅਸੀਂ 2000 ਦਾ CCTV ਨਾ ਲਵਾਇਆ ਤਾਂ ਸਾਡਾ ਤਾਂ ਬਹੁਤ ਨੁਕਸਾਨ ਹੋ ਜਾਊਗਾ ਜਾਂ ਸਾਡੀ ਫੈਮਿਲੀ ਖਤਰੇ 'ਚ ਆ ਜਾਊਗੀ। ਅਗਰ ਤੁਹਾਡੇ ਨਾਲ ਕੋਈ ਇੱਦਾਂ ਦਾ ਟ੍ਰਿਕ ਵੀ ਕਰਦਾ ਤਾਂ ਉਹ ਬੰਦਾ ਜਿਹੜਾ ਹੈਗਾ ਆ ਉਹ ਕਾਨੂੰਨ ਦੀ ਉਲੰਘਣਾ ਆ, ਉਹ ਕਾਨੂੰਨ ਦੀ ਸਿੱਧੀ ਉਲੰਘਣਾ ਆ। ਸੋ ਇਸ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਿਹੜਾ ਹੈਗਾ ਧਿਆਨ ਰੱਖਣਾ ਪਊਗਾ। ਕਈ ਵਾਰੀ ਇਹ ਹੁੰਦਾ ਕਿ ਜਿਹੜਾ ਸਮਾਨ ਆ ਉਹ ਮਿਲਦਾ ਜੁਲਦਾ ਕਿਸੇ ਹੋਰ ਬ੍ਰਾਂਡ ਵਰਗਾ, ਜਿਹੜਾ ਪ੍ਰਚਲਿਤ ਬ੍ਰਾਂਡ ਹੈਗਾ, ਕਾਪੀ ਇੱਕ ਤਾਂ ਬਿਲਕੁਲ ਹੀ ਕਾਪੀ ਹੁੰਦੀ ਆ। ਇੱਕ ਮੰਨ ਲਓ ਆਪਾਂ ਹੁਣ ਕਿਸੇ ਬ੍ਰਾਂਡ ਦਾ ਨਾਂ ਨਹੀਂ ਲੈਂਦੇ, ਉਹਦਾ ਕੋਈ ਬ੍ਰਾਂਡ ਹੈਗਾ, ਉਹਦੇ ਵਿੱਚ 4 ਜਿਹੜੇ ਹੈਗੇ ਆ ਉਹ ਸ਼ਕਲ ਥੋੜੀ ਜਿਹੀ ਚੇਂਜ ਕਰ ਲਈ ਜਾਂ ਉਹਨਾਂ ਦੀ ਸਾਊਂਡ ਉੱਦਾਂ ਦੀ ਲੱਗਦੀ ਆ, ਆਮ ਬੰਦਾ ਭੁਲੇਖਾ ਖਾ ਜਾਵੇ ਸ਼ਾਇਦ ਇਹ ਉਹੀ ਆ ਜਿਹੜਾ ਬਹੁਤ ਮਸ਼ਹੂਰ ਬ੍ਰਾਂਡ ਆ। ਸੋ ਉਹਦੇ ਵਿੱਚ ਵੀ ਜਿਹੜੇ ਹੈਗੀਆਂ ਖਾਸ ਕਰਕੇ ਆਹ ਜਦੋਂ ਪਹਿਲੇ, ਹੁਣ ਤਾਂ ਮੇਰਾ ਨਹੀਂ ਵੀ ਪਹਿਲੇ ਜ਼ਮਾਨੇ ਦੇ ਵਿੱਚ ਟੈਲੀਵਿਜ਼ਨਾਂ ਦੀਆਂ ਜਾਂ ਰੇਡੀਓ ਦੀਆਂ ਇੰਡੀਆ 'ਚ ਜਾਂ ਵੱਡੇ ਮੁਲਕਾਂ ਦੇ ਵਿੱਚ ਉੱਥੇ ਉਹ ਲਗਭਗ ਜਿਹੜਾ ਅੰਦਰੋਂ ਮਸ਼ੀਨਰੀ ਆ ਸਾਰੀ, ਲਗਭਗ ਉਹਦਾ ਡਿਜ਼ਾਈਨਿੰਗ ਆ ਜਿਹੜੀ ਰਿਸਰਚ ਆ ਕਿ ਹੋਰ ਦੀ ਹੁੰਦੀ ਆ। ਤੇ ਕੋਈ ਛੋਟਾ ਜਿਹਾ ਮੇਰੇ ਆਪਣਾ ਉਹ ਥੋੜਾ ਸਵਿਚ ਉੱਚੇ ਕਰ ਦਿੱਤਾ, ਥੋੜਾ ਥੱਲੇ ਕਰਤਾ, ਰੰਗ ਬਰਾਊਨ ਦੀ ਜਗ੍ਹਾ ਤੇ ਬਲੂ ਕਰ ਦਿੱਤਾ ਤੇ ਉਹ ਠੀਕ ਆ। ਤੇ ਉਹ ਮਤਲਬ ਕਿ ਇਲੀਗਲ ਆ ਜੇ ਬੰਦਾ ਉਸ ਦੀ ਇਸ ਤਰ੍ਹਾਂ ਕਰਦਾ ਆ। ਇੱਥੇ ਇੰਗਲੈਂਡ 'ਚ ਵੀ ਮੰਨ ਲਓ ਜਿੱਦਾਂ ਅਸੀਂ ਅਸੀਂ ਇਹੀ ਗੱਲ ਕਰਦੇ ਹਾਂ ਸਾਡਾ ਕਾਂਸ਼ੀ TV ਆ, ਹੈ ਨਾ, ਉਹ ਇਹਦੇ ਵਿੱਚੋਂ N ਕੱਢ ਦੇਵੇ, ਉਹ ਕਾਸ਼ੀ TV ਕਹਿ ਦੇਵੇ। ਸੋ ਉਹ ਸੁਣਨ ਵਾਲੇ ਨੂੰ ਇਹ ਲੱਗਣਾ ਵੀ ਸ਼ਾਇਦ ਇਹ ਕਾਂਸ਼ੀ TV ਆ, ਇਹ ਆਮ ਚੱਲਦਾ ਹੈ, ਪਰ ਉਹ ਹੈਗਾ ਇਹ ਉਹ ਕਾਸ਼ੀ TV ਆ, ਉਹ ਬਿਲਕੁਲ ਅਲੱਗ ਆ, ਹੋਰ ਕੋਈ ਚੈਨਲ ਆ, ਉਹ ਕਾਂਸ਼ੀ TV ਨਹੀਂ ਹੈਗਾ। ਉਹ ਜਾਇਜ਼ ਹੋ ਜਾਂਦਾ, ਉਹ ਬਚ ਜਾਂਦਾ ਫਿਰ ਬੰਦਾ ਨਹੀਂ, ਉਹ ਵੀ ਫਸਦਾ ਕਿ ਤਾਂ ਕਿ ਉਹ ਕਰਕੇ ਗਾਹਕ ਨੂੰ ਉਹ ਭਰਮਾ ਰਿਹਾ, ਜਿਹੜਾ ਭੁਲੇਖਾ ਪਾ ਰਿਹਾ, ਉਹ ਗਾਹਕ ਨੂੰ ਭੁਲੇਖਾ ਪਾ ਰਿਹਾ। ਜਿੱਥੇ ਵੀ ਉਹ ਗਾਹਕ ਨੂੰ ਭੁਲੇਖਾ ਪਾਉਂਦਾ ਆ ਕਿਸੇ ਵੀ ਢੰਗ ਤਰੀਕੇ ਦੇ ਨਾਲ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜੀਆਂ 4 ਹੈਗੀਆਂ ਕਿ ਅਗਰ ਉਹ ਗਾਹਕ ਨੂੰ ਕਿਸੇ ਤਰ੍ਹਾਂ ਦੀ ਵੀ ਗਲਤ ਜਾਣਕਾਰੀ ਦੇ ਕੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਗੈਰ ਕਾਨੂੰਨੀ ਆ। ਉਹ ਗੈਰ ਕਾਨੂੰਨੀ ਆ। ਜਿਹੜਾ ਮੇਰੇ ਮਨ ਦੇ ਬਹੁਤ ਲਾਗੇ ਆ, ਜਿਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਵੀ ਕੀਤੀ ਸੀ, ਜਿਹੜੇ ਜੋਤਸ਼ੀ ਇਹ ਕਹਿੰਦੇ ਆ ਜੀ ਅਸੀਂ ਤੁਹਾਨੂੰ ਲੋਟਰੀ ਦੇ ਨੰਬਰ ਦੱਸ ਦੇਵਾਂਗੇ ਤਾਂ ਤੁਸੀਂ ਲੋਟਰੀ ਜਿੱਤ ਜਾਓਗੇ। ਉਹਦੇ ਵਿੱਚ ਇਹ ਆਉਂਦਾ ਕਿ ਕੋਈ ਵੀ ਬੰਦਾ ਜਿਹੜਾ ਝੂਠਾ ਤੁਹਾਡੇ ਨਾਲ ਦਾਅਵਾ ਕਰਦਾ ਇਸ ਗੱਲ ਦਾ ਕਿ ਉਹ ਤੁਸੀਂ ਕੋਈ ਗੇਮ ਜਿੱਤ ਸਕਦੇ ਆ ਜਾਂ ਤੁਸੀਂ ਕੋਈ ਪੈਸੇ ਜਿੱਤ ਸਕਦੇ ਆ, ਔਰ ਉਹ ਤੁਸੀਂ ਉਹਨੂੰ ਪੈਸੇ ਦੇ ਕੇ ਪਾਠ ਕਰਵਾਉਂਦੇ ਆ, ਤੁਸੀਂ ਉਹਦੇ ਕੋਲੋਂ ਕੁਛ ਕਰਵਾਉਂਦੇ ਆ, ਅਤੇ ਉਹ ਬੰਦਾ ਜਿਹੜਾ ਹੈਗਾ ਆ ਉਹਦੇ ਵਿਰੁੱਧ ਤੁਹਾਡਾ
ਜੇ ਬੰਦਾ ਕਹੇ ਤੁਹਾਡੀ ਸਿਹਤ ਠੀਕ ਕਰ ਦੂੰਗਾ, ਮੈਂ ਬਿਮਾਰ ਹਾਂ, ਕੈਂਸਰ ਹਟਾ ਦੂੰਗਾ, ਸਾਰਾ ਕੁਝ ਇਹਦੇ 'ਚ ਆਉਂਦਾ। ਹਾਂਜੀ, ਉਹ ਇਹਦੇ ਵਿੱਚ ਆਉਂਦਾ ਕਿ ਉਹ ਜਿਹੜਾ ਬੰਦਾ ਝੂਠਾ ਦਾਅਵਾ ਕਰਦਾ, ਖਾਸ ਕਰਕੇ ਉਹ ਇਹ ਗੱਲ ਕਹਿੰਦੇ ਆ ਕਿ ਅਗਰ ਕੋਈ ਬੰਦਾ ਇਹ ਕਲੇਮ ਕਰਦਾ ਕਿ ਤੁਹਾਡੀ ਉਹ ਬਿਮਾਰੀ ਠੀਕ ਕਰ ਸਕਦਾ। ਇੱਕ ਹੁੰਦਾ ਡਿਸਫੰਕਸ਼ਨ, ਕਿ ਤੁਹਾਡੀ ਕਿਸੇ ਵੀ ਚੀਜ਼ ਦੇ ਵਿੱਚ ਖਰਾਬੀ ਆ ਗਈ ਆ, ਸਰੀਰਕ ਖਰਾਬੀ ਆ ਗਈ ਆ, ਠੀਕ ਆ। ਮੰਨ ਲਓ ਤੁਹਾਡਾ ਕਿਡਨੀ ਖਰਾਬ ਹੋ ਗਈ, ਤੁਹਾਡਾ ਲਿਵਰ ਖਰਾਬ ਹੋ ਗਿਆ, ਤੁਹਾਡਾ ਪੈਨਕ੍ਰੀਅਸ ਖਰਾਬ ਹੋ ਗਿਆ, ਉਹ ਕਹੇ ਜੀ ਆਹ ਚੀਜ਼ ਤੋਂ ਤੁਸੀਂ ਲੈ ਲਓ, ਇਹਦੇ ਨਾਲ ਤੁਹਾਡੀ ਜਿਹੜੀ ਡਾਇਬੀਟੀਜ਼ ਹੈ ਬਿਲਕੁਲ ਠੀਕ ਹੋ ਜਾਊਗੀ, ਕਰਕੇ ਉਹਦੇ ਨਾਲ ਤੁਹਾਡਾ ਨਾ ਪੈਨਕ੍ਰੀਅਸ ਜਿਹੜਾ ਆ ਉਹ ਮੈਂ ਠੀਕ ਕਰ ਦੇਣਾ। ਸੋ ਉਹ ਬਿਲਕੁਲ ਇਹਦੇ ਅਧੀਨ ਆਉਂਦਾ। ਉਹ ਬੰਦਾ ਇੱਦਾਂ ਦਾ ਕਲੇਮ ਬਿਲਕੁਲ ਨਹੀਂ ਕਰ ਸਕਦਾ। ਅਗਰ ਤੁਸੀਂ ਇਸ ਕਰਕੇ ਉਹਨੂੰ ਪੈਸੇ ਦਿੱਤੇ ਆ ਕਿ ਉਹਨੇ ਤੁਹਾਡੇ ਨਾਲ ਕੋਈ ਝੂਠਾ ਵਾਅਦਾ ਕੀਤਾ, ਝੂਠਾ ਕਲੇਮ ਕੀਤਾ, ਤੇ ਉਹਦੀ ਜਿਹੜੀ ਖਚਾਈ ਪੂਰੀ ਉਹ ਹੋ ਸਕਦੀ ਆ। ਮੇਰੇ ਖਿਆਲ ਵੀ ਅੱਛੇ 'ਚ ਪੁਆਇੰਟ ਹੈਗਾ ਵੀ ਜੇ ਬੰਦੇ ਨੇ, ਜੇ ਤੁਸੀਂ ਕਿਸੇ ਵੀ ਟੁਣੇਹਾਰ ਨੂੰ ਕਿ ਜੋਤਸ਼ੀ ਨੂੰ ਜਾਂ ਕਿਸੇ ਵੀ ਹੋਰ ਨੂੰ ਬਿਲਕੁਲ ਵੀ ਤੁਸੀਂ ਪੈਸੇ ਦਿੱਤੇ ਨੇ ਕਿ ਭਾਈ ਮੇਰੀ ਲੋਟਰੀ ਨਿਕਲ ਆਵੇ, ਜਾਂ ਮੇਰਾ ਕੈਂਸਰ ਠੀਕ ਹੋ ਜਾਵੇ, ਜਾਂ ਮੇਰੇ ਗੋਡੇ ਠੀਕ ਹੋ ਜਾਣ, ਜਾਂ ਕੁਝ ਵੀ ਆ, ਜਾਂ ਸਾਡੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣ ਜਾਵੇ, ਸਾਡਾ ਜਿਹੜੀ ਕਿ ਆਮ ਸਾਡੇ ਚੱਲਦਾ ਕਿ ਸਾਡੀ ਭਾਈ ਕੁੜੀ ਵਿਆਹ ਕਰਾਉਣ ਨਹੀਂ ਮੰਨਦੀ, ਸਾਡਾ ਮੁੰਡਾ ਵਿਆਹ ਨਹੀਂ ਕਰਾਉਣ ਨਹੀਂ ਮੰਨਦਾ, ਆਮ ਆਪਾਂ ਪੜ੍ਹਦੇ ਹਾਂ, ਇਹ ਇਹਦੇ ਵਿੱਚ ਕਵਰ ਹੁੰਦੇ ਨੇ। ਜੇ ਤੁਸੀਂ ਪੈਸੇ ਦਿੱਤੇ ਹੋਏ ਨੇ ਨਾ, ਜੇ ਤੁਸੀਂ ਪੈਸੇ ਦਿੱਤੇ ਨੇ ਤਾਂ ਉਹ ਇਸ ਦਾ ਜ਼ਿੰਮੇਵਾਰ ਹੈ। ਹਾਂਜੀ, ਤੇ ਜੇ ਉਹਨੇ ਰਸੀਦ ਦਿੱਤੀ ਜਾਂ ਨਹੀਂ ਦਿੱਤੀ, ਇਹਦਾ ਵੀ ਕੁਝ ਭੇਤ ਹੈ ਇਹਦੇ 'ਚ ਜਾਂ? ਹਾਂਜੀ, ਉਹ ਤੁਹਾਨੂੰ ਸਾਬਤ ਕਰਨਾ ਪਊਗਾ ਕਿ ਤੁਸੀਂ ਪੈਸੇ ਕਿੱਦਾਂ ਦਿੱਤੇ ਆ, ਕਦੋਂ ਦਿੱਤੇ ਆ। ਅਗਰ ਤੁਸੀਂ ਕੈਸ਼ ਦਿੱਤੇ ਆ ਤਾਂ ਫਿਰ ਤੁਹਾਡੇ ਲਈ ਇਹ ਪ੍ਰੂਵ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਕਿ ਤੁਸੀਂ ਉਹਨੂੰ ਪੈਸੇ ਦਿੱਤੇ ਆ। ਅਗਰ ਕੋਈ ਬੈਂਕ ਟ੍ਰਾਂਜੈਕਸ਼ਨ ਹੋਈ ਆ, ਆਨਲਾਈਨ ਟ੍ਰਾਂਸਫਰ ਹੋਈ ਆ, ਕੋਈ ਚੈੱਕ ਦਿੱਤਾ ਗਿਆ, ਜਾਂ ਤੁਸੀਂ ਕਿਸੇ ਦੇ ਰਾਹੀਂ ਦਿੱਤੇ ਆ, ਉਹ ਬੰਦੇ ਨੇ ਤੁਹਾਨੂੰ ਕੋਈ ਰਸੀਦ ਦਿੱਤੀ ਆ, ਜਾਂ ਉਹਦਾ ਕੋਈ ਸਬੂਤ ਹੈਗਾ, ਉਹਦਾ ਕੋਈ ਡਾਕੂਮੈਂਟਰੀ ਐਵੀਡੈਂਸ ਹੈਗਾ, ਕੋਈ ਉਹਦਾ ਵੀਡੀਓਗ੍ਰਾਫਿਕ ਐਵੀਡੈਂਸ ਹੈਗਾ, ਫਿਰ ਤੁਹਾਡੀ ਜਿਹੜੀ ਹੈਗੀ ਉਹ ਗੱਲ ਬਣ ਸਕਦੀ ਆ। ਪਰ ਜਿਹੜਾ ਮੇਰਾ ਪੁਆਇੰਟ ਹੈਗਾ, ਸਾਡਾ ਨੁਕਤਾ ਇਹ ਹੈਗਾ ਕਿ ਜਿਹੜਾ ਵੀ ਬੰਦਾ ਇੱਦਾਂ ਦੇ ਕਲੇਮ ਕਰਦਾ, ਜਿਵੇਂ ਭਗਵੰਤ ਜੀ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕੀ ਕਹਿੰਦੇ ਆ ਅਸੀਂ ਜੀ ਵਿਛੜਿਆਂ ਨੂੰ ਮਿਲਾ ਦਿੰਦੇ ਆ, ਦੋ ਪ੍ਰੇਮੀਆਂ ਨੂੰ ਮਿਲਾ ਦਿੰਦੇ ਆ, ਪੇਪਰ ਭਰੇ ਪਏ ਨੇ। ਔਰ ਇਹ ਬਹੁਤ ਸਾਰੀਆਂ ਸਾਡੇ ਜਿਹੜੇ ਆ ਸਾਡੇ ਭੈਣ ਭਰਾ ਹੈਗੇ ਆ, ਉਹਨਾਂ ਦੀ ਲੁੱਟ ਖਸੁੱਟ ਬਹੁਤ ਵੱਡੇ ਪੱਧਰ 'ਤੇ ਇਸ ਵੇਲੇ ਹੋ ਰਹੀ ਆ, ਕਰਕੇ ਕਈ ਵਾਰੀ ਸਾਡੇ ਭੈਣ ਭਰਾ ਜਿਹੜੇ ਹੈਗੇ ਆ ਉਹ ਜਾਖਦੇ ਉਹ ਇਹ ਗੱਲ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦੇ ਕਿ ਉਹ ਲੁੱਟੇ ਗਏ ਆ, ਕਰਕੇ ਉਹਦੇ 'ਚ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਆ। ਹਾਂ, ਅਗਰ ਤੁਸੀਂ ਆਪਣੇ ਕਿਸੇ ਭੈਣ ਭਰਾ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਨਹੀਂ ਦੱਸਣਾ, ਪਰ ਤੁਸੀਂ ਟ੍ਰੇਡਿੰਗ ਸਟੈਂਡਰਡ ਨੂੰ ਜਿਹੜਾ ਹੈਗਾ ਉਹ ਜ਼ਰੂਰ ਜਾ ਕੇ ਦੱਸੋ, ਉਹਦੇ ਬਾਰੇ ਦੱਸੋ, ਤਾਂ ਕਿ ਉਹਨਾਂ ਕੋਲ ਰਿਪੋਰਟਾਂ ਜਿੰਨੀਆਂ ਹੋਣਗੀਆਂ ਤਾਂ ਫਿਰ ਉਹ ਉਹਨਾਂ ਬੰਦਿਆਂ ਨੂੰ ਫੋਲੋ ਕਰਨਗੇ ਔਰ ਉਹਨਾਂ ਬੰਦਿਆਂ ਨੂੰ ਉਹ ਚੱਕ ਸਕਦੇ ਆ ਜਾਂ ਉਹਨਾਂ ਬਾਰੇ ਕੁਛ। ਇਹਦਾ ਮਤਲਬ ਇਹ ਜਿਹੜੀ ਸਭ ਤੋਂ ਵੱਡੀ ਜ਼ਰੂਰੀ ਇਹਦੇ 'ਚ ਗੱਲ ਮੇਰੇ ਖਿਆਲ ਫਿਰ ਇਹ ਹੋਈ ਕਿ ਜੇ ਤੁਸੀਂ ਕੋਈ ਵੀ ਬੰਦਾ, ਹਾਂਜੀ, ਕੋਈ ਟੂਣੇਹਾਰ ਜੋਤਸ਼ੀ ਜਾਂ ਕੋਈ ਹੋਰ ਵੀ ਕੋਈ ਆਪਣੇ ਆਪ ਨੂੰ ਮਹਾਤਮਾ ਕਹਿੰਦਾ ਜਾਂ ਕੁਝ ਵੀ ਆ, ਜੇ ਜੇ ਉਹ ਤੁਹਾਡੇ ਕੋਲੋਂ ਚੈੱਕ ਲੈਣ ਤੋਂ ਜਾਂ ਟ੍ਰਾਂਸਫਰ ਕਰਾਉਣ ਤੋਂ ਨਾ ਕਰਦਾ, ਬਿਲਕੁਲ, ਤੇ ਇਹ ਸਮਝੋ ਕਿ ਉਹਦਾ ਇੱਕ ਪਹਿਲੀ ਗੱਲ ਇੱਥੋਂ ਸ਼ੁਰੂ ਹੁੰਦੀ ਵੀ ਉਹਦੇ ਦਿਮਾਗ 'ਚ ਕੁਛ ਹੇਰਾਫੇਰੀ ਹੈਗੀ ਆ। ਬਿਲਕੁਲ, ਤੇ ਉਸ ਤੋਂ ਆਪਣੀ ਸਾਨੂੰ ਇਹ ਕੋਸ਼ਿਸ਼ ਚਾਹੀਦੀ ਹੈ, ਕਿਉਂਕਿ ਜ਼ਿਆਦਾਤਰ ਜਿੰਨੇ ਅਸੀਂ ਲੋਕਾਂ 'ਚ ਵਿਚਰਦੇ ਹਾਂ, ਆਪਾਂ ਅਸੀਂ ਮਤਲਬ ਕਿ ਲਗਭਗ ਤੱਕ ਸੁਸਾਇਟੀ ਦੇ ਜਿੱਦਾਂ ਸਾਥੀ ਬੈਠੇ ਨੇ ਦੋਏ, ਅਸੀਂ ਜੋ ਦੇਖਦੇ ਹਾਂ ਤਾਂ ਜਿਹੜੇ ਬਹੁਤੇ ਕੇਸ ਇਹ ਹੁੰਦੇ ਆ ਵੀ ਜਿਹਨਾਂ 'ਚ ਕੈਸ਼ ਲੋਕਾਂ ਨੇ ਦਿੱਤੀ ਆ, ਹਾਂਜੀ, ਉਹ ਕੈਸ਼ ਮੰਗਦੇ ਨੇ ਹਮੇਸ਼ਾ ਹੀ। ਬਿਲਕੁਲ, ਤੇ ਤੁਸੀਂ ਇਹ ਹਮੇਸ਼ਾ ਇਹ ਗੱਲ ਦਾ ਖਿਆਲ ਰੱਖੋ, ਕੈਸ਼ ਤਾਂ ਦੇਣੀ ਨਹੀਂ ਨਾ, ਇਹ ਤਾਂ ਬਹੁਤ ਗਲਤ ਹੈਗੀ ਆ। ਤੇ ਸੈਕੰਡ ਇਹ ਆ ਵੀ ਜੇ ਕਿਤੇ ਤੁਸੀਂ ਚਲੋ ਜੇ ਟ੍ਰਾਂਸਫਰ ਵੀ ਕੀਤੇ ਆ, ਚੈੱਕ ਵੀ ਦਿੱਤੇ ਆ, ਉਸ ਦਾ ਵੀ ਉਹ ਉਹਦੇ 'ਚ ਕਈ ਵਾਰ ਚਾਂਸਿਸ ਹੁੰਦੇ ਆ, ਉਹ ਬੰਦੇ ਦਾ ਤੁਹਾਨੂੰ ਪੱਕਾ ਐਡਰੈਸ ਪੁੱਕਾ ਪਤਾ ਹੋਣਾ ਚਾਹੀਦਾ, ਕਿਉਂਕਿ ਆਪਣਾ ਕੇਸ ਦੇਖੇ ਨੇ ਕਿ ਉਹ ਲੋਕ ਅੱਜ ਟੈਲੀਫੋਨ ਨੰਬਰ ਉਹਨਾਂ ਕੋਲ 10-10 ਟੈਲੀਫੋਨ ਨੰਬਰ ਨੇ, ਜਿਹੜੇ ਜਿੰਨੀਆਂ ਕਿ ਇਨਕੁਆਰੀਆਂ ਦੇ ਵਿੱਚ ਅਸੀਂ ਪਏ ਆ ਵੀ ਜਿਹੜੇ ਇਸ ਤਰ੍ਹਾਂ ਦੇ ਹੇਰਾਫੇਰੀ ਲੋਕ ਨੇ, ਉਹਨਾਂ ਕੋਲ 10-10 ਨੰਬਰ ਟੈਲੀਫੋਨ ਆਉਂਦੇ ਨੇ। ਅੱਜ ਜਿਹੜਾ ਟੈਲੀਫੋਨ ਉਹਨਾਂ ਦਾ ਫੜ ਹੋ ਗਿਆ, ਤੁਹਾਡਾ ਕੇਸ ਤੁਹਾਡੇ ਲਈ ਇੱਥੇ ਤੱਕ ਹੋ ਸਕਦਾ ਤੁਹਾਡੇ ਲਈ ਟੈਲੀਫੋਨ ਉਹਨਾਂ ਦਾ ਸਪੈਸ਼ਲ ਨੰਬਰ ਹੋਵੇ ਤੁਹਾਡੇ ਲਈ ਸਿਰਫ। ਬਿਲਕੁਲ, ਤੇ ਜਿੱਦਣ ਤੁਹਾਡੇ ਨਾਲ ਰਫੜ ਪੈ ਗਿਆ, ਜਿੱਦਣ ਤੁਹਾਡੇ ਤੋਂ ਪੈਸੇ ਉਹਨਾਂ 10-20 ਹਜ਼ਾਰ ਜਾਂ ਲੱਖ ਪਾਉਂਡ ਉਹਨਾਂ ਨੇ ਲੈ ਲਿਆ ਹੇਰਾਫੇਰੀ ਨਾਲ, ਤੇ ਉਸ ਤੋਂ ਮਗਰੋਂ ਟੈਲੀਫੋਨ ਬੰਦ ਵੀ ਕਰ ਦਿੰਦੇ ਕਈ ਵਾਰ, ਡਿਸਕਨੈਕਟ ਹੋ ਜਾਂਦਾ ਆ। ਭਗਵੰਤ ਜੀ ਇਹ ਤਾਂ ਇਕੱਲਾ ਹੀ ਦੂਸਰਾ ਹੀ ਆ, ਉਹ ਤਾਂ ਬੈਂਕ ਅਕਾਊਂਟ ਵੀ ਬੰਦ ਕਰ ਜਾਂਦੇ ਰਾਤੋਂ ਰਾਤ। ਬਿਲਕੁਲ, ਤਾਂ ਕਿ ਉਹਦੇ ਵਿੱਚ ਜਿਹੜੀ ਹੈਗੀ ਟ੍ਰੇਲ ਵੀ ਨਾ ਰਹੇ। ਸੋ ਜਦੋਂ ਤੁਸੀਂ ਪੈਸੇ ਵੀ ਟ੍ਰਾਂਸਫਰ ਕਰਦੇ ਆ, ਅਗਰ ਉਹਨਾਂ ਨੇ ਕਿਸੇ ਬੰਦੇ ਹੋਰ ਦਾ ਨਾਂ ਦਿੱਤਾ, ਉਹ ਕਹਿੰਦੇ ਜੀ ਤੁਸੀਂ ਫਲਾਣੇ ਬੰਦੇ ਦੇ ਨਾਂ ਤੇ ਟ੍ਰਾਂਸਫਰ ਕਰ ਦਿਓ। ਸੋ ਇਹ ਸਾਰੇ ਹੀ ਟੈਲ ਸਾਈਨ ਆ, ਇਹ ਤੁਹਾਡੇ ਲਈ ਖਤਰੇ ਦੀ ਘੰਟੀ ਤੁਹਾਡੇ ਉਦੋਂ ਮਨ ਦੇ ਵਿੱਚ ਹੋ ਜਾਣੀ ਚਾਹੀਦੀ ਹੈ ਕਿ ਇਹ ਬੰਦਾ ਆਪਣਾ ਅਕਾਊਂਟ ਕਾਹਤੇ ਨਹੀਂ ਦੇ ਰਿਹਾ। ਸੋ ਇਹ ਦਰਸ਼ਕੋ ਕੁਛ ਕੁ ਗੱਲਾਂ ਜਿਹੜੀਆਂ ਸੀਗੀਆਂ, 14-15 ਸ਼ਰਤਾਂ ਜਿਹੜੀਆਂ ਸੀਗੀਆਂ, ਅਸੀਂ ਇਹਨਾਂ ਬਾਰੇ ਅੱਜ ਗੱਲ ਕੀਤੀ ਆ। ਜਿਹੜਾ ਸਾਡਾ ਪ੍ਰੋਗਰਾਮ ਆ ਹੁਣ ਉਹ ਆਪਣੇ ਅਖੀਰ ਉਹਦੇ ਵੱਧਦਾ ਜਾ ਰਿਹਾ।
ਸੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੀਆਂ ਸਾਡੀਆਂ ਅੱਜ ਦੀ ਗੱਲਬਾਤ ਉਹ ਚੰਗੀ ਲੱਗੀ ਹੋਊਗੀ। ਅਗਰ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਆ ਤਾਂ ਤੁਸੀਂ ਕਾਂਸ਼ੀ ਟੀਵੀ ਨੂੰ ਫੋਨ ਕਰਕੇ ਦੱਸ ਸਕਦੇ ਆ ਕਿ ਤੁਹਾਨੂੰ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ ਉਹ ਕਿੱਦਾਂ ਦੀ ਲੱਗੀ, ਔਰ ਤਾਂ ਕਿ ਅਸੀਂ ਉੱਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਤੁਹਾਡੇ ਲਈ ਲੀਕ ਕੇ ਲੈ ਕੇ ਆਉਂਦੇ ਰਹੀਏ। ਕਿ ਬਹੁਤ ਸਾਰਾ ਸਾਡੇ ਜਾਣਨ ਵਾਲਾ ਪਿਆ ਹੈਗਾ ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡੇ ਨਾਲ ਉਹ ਸਾਂਝਾ ਕਰੀਏ ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਫਾਇਦਾ ਹੋ ਸਕੇ। ਭਗਵੰਤ ਜੀ, ਜਾਣ ਤੋਂ ਪਹਿਲਾਂ ਤੁਸੀਂ ਕੁਝ ਸਾਂਝਾ ਕਰਨਾ ਚਾਹੋ ਸਾਡੇ ਦਰਸ਼ਕਾਂ ਦੇ ਨਾਲ? ਜਿਸ ਤਰ੍ਹਾਂ ਅੱਜ ਪ੍ਰੋਗਰਾਮ ਸੀਗਾ, ਇਹ ਮਤਲਬ ਕਿ ਇੰਨਾ ਵੱਡਾ ਇਸ਼ੂ ਆ, ਇੰਨਾ ਵੱਡਾ, ਇਹ ਇੰਨਾ ਸਾਡੇ ਲਈ ਜ਼ਰੂਰੀ ਹੈ ਕਿ ਸਵੇਰ ਤੋਂ ਆਪਾਂ ਹਰ ਰੋਜ਼ ਲਗਭਗ ਸ਼ਾਪਿੰਗ ਕਰਦੇ ਹਾਂ, ਕਈ ਚੀਜ਼ ਛੋਟੀਆਂ ਦੀ ਕੋਈ ਵੱਡੀਆਂ ਦੀ, ਤੇ ਸਾਨੂੰ ਉਹਨਾਂ ਦੇ ਬਾਰੇ ਬਿਲਕੁਲ ਨਹੀਂ ਪਤਾ ਹੁੰਦਾ। ਸੋ ਇਹ ਜ਼ਰੂਰੀ ਆ, ਇਹ ਵਿਸ਼ਾ ਵੀ ਇੰਨਾ ਵੱਡਾ ਕਿ ਸਾਨੂੰ ਇਹਦੇ ਬਾਰੇ, ਸਾਨੂੰ ਜਿੱਥੇ ਆਪਾਂ ਹੋਰ ਜ਼ਿੰਦਗੀ ਦੀਆਂ ਗੱਲਾਂ ਬਾਰੇ ਪਤਾ ਕਰਦੇ ਹਾਂ ਤੇ ਸਾਨੂੰ ਇਸ ਦੇ ਬਾਰੇ ਵੀ ਪਤਾ ਜ਼ਰੂਰ ਕਰਨਾ ਚਾਹੀਦਾ ਕਿ ਸਾਡੇ ਹੱਕ ਕੀ ਬਣਦੇ ਨੇ ਤੇ ਜਿਹੜਾ ਸਾਨੂੰ ਵੇਚ ਰਿਹਾ ਉਹਦੇ ਹੱਕ ਕੀ ਬਣਦੇ ਨੇ। ਤੇ ਜਿੰਨਾ ਹੋ ਸਕਦਾ, ਜਿਵੇਂ ਪਹਿਲਾਂ ਗੱਲ ਦਿੱਤੀ ਹੈ ਕਿ ਰਸੀਦ ਜ਼ਰੂਰ ਲਵੋ, ਕਿਸੇ ਤੋਂ ਕੰਮ ਕਰਾਉਂਦੇ ਹੋ, ਦਿੰਦੇ ਹੋ, ਚੀਜ਼ ਖਰੀਦਦੇ ਹੋ, ਰਸੀਦ ਦਾ ਲੈਣਾ ਦੇਣਾ ਬਹੁਤ ਜ਼ਰੂਰੀ ਹੈ। ਜੇ ਹੋ ਸਕੇ ਚੈੱਕ ਦੇ ਥਰੂ ਦਿਓ, ਬੈਂਕਾਂ ਦੇ ਥਰੂ ਕਰੋ, ਤੇ ਹੋ ਸਕਦਾ ਕੋਈ ਸਾਈਨ, ਵਿਟਨੈਸ ਸਾਈਨ ਲੈ ਕੇ ਕੋਈ ਵੀ ਕੰਮ ਕਰਨਾ ਉਹ ਬਿਲਡਰਸ ਨਾਲ ਜਾਂ ਕਿਸੇ ਨਾਲ ਵੀ ਕਰਨਾ, ਉਹ ਜ਼ਰੂਰ ਸਾਈਨ ਕਰਕੇ ਲਓ, ਉਹ ਕਰਨਾ ਜ਼ਰੂਰੀ ਹੈਗਾ। ਹਾਂਜੀ, ਸੋ ਮੇਰੀ ਤਾਂ ਇਹੀ ਅਪੀਲ ਆ ਕਿ ਤੁਸੀਂ ਆਪਣੇ ਅਧਿਕਾਰਾਂ ਬਾਰੇ ਸੁਚੇਤ ਹੋਵੋ। ਜਦੋਂ ਵੀ ਲੋੜ ਪੈਂਦੀ ਆ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰੋ। ਉਹ ਅਧਿਕਾਰ ਤੁਹਾਨੂੰ ਬਚਾਉਣ ਦੇ ਲਈ, ਤੁਹਾਡੀ ਹਿਫਾਜ਼ਤ ਲਈ ਬਣਾਏ ਜਾਂਦੇ ਨੇ। ਸੋ ਇਹਨਾਂ ਸ਼ਬਦਾਂ ਦੇ ਲਈ ਅਸੀਂ ਦੋਵੇਂ ਵੀਰ ਤੁਹਾਡੇ ਕੋਲੋਂ ਖਿਮਾ ਮੰਗਦੇ ਹਾਂ। ਅਗਲੇ ਹਫਤੇ ਫਿਰ ਇੱਕ ਨਵਾਂ ਇਸ਼ੂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਿਓ ਸਾਨੂੰ ਇਜਾਜ਼ਤ ਦਿਓ। ਧੰਨਵਾਦ।